ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਹਰਪ੍ਰੀਤ ਸਿੰਘ ਦਰਦੀ ਵੱਲੋਂ ਨਿੱਘਾ ਸਵਾਗਤ ਹੈ। ਹਰ ਵਾਰ ਦੀ ਤਰ੍ਹਾਂ ਸਾਡਾ ਇਹ ਪ੍ਰੋਗਰਾਮ ਜਾਣਨ ਦੀ ਕੋਸ਼ਿਸ਼ ਕਰਦਾ ਹੈ ਆਪਣੇ ਪਤਵੰਤੇ ਗੈਸਟ ਤੋਂ, ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਦੇ ਨੇ, ਕਿ ਉਹਨਾਂ ਦਾ ਕੀ ਨਜ਼ਰੀਆ ਹੈ ਜਿਹੜੇ ਸਾਡੇ ਰੋਜ਼ਾਨਾ ਦੇ ਇਸ਼ੂਜ਼ ਹੁੰਦੇ ਨੇ, ਸਬਜੈਕਟ ਹੁੰਦੇ ਨੇ, ਵਿਸ਼ੇ ਹੁੰਦੇ ਨੇ, ਜਿਨ੍ਹਾਂ ਉੱਤੇ ਅਸੀਂ ਗੱਲਬਾਤ ਕਰਦੇ ਹਾਂ। ਅੱਜ ਦਾ ਜਿਹੜਾ ਵਿਸ਼ਾ ਹੈ, ਨਵੇਂ ਸਾਲ ਦਾ ਅੱਜ ਦੂਸਰਾ ਦਿਹਾੜਾ ਹੈ ਨਾਰਥ ਅਮਰੀਕਾ ਦੇ ਵਿੱਚ, ਤੇ ਅਸੀਂ ਵਿਸ਼ਵ ਪੱਧਰ ਤੇ ਜੋ ਪੰਜਾਬੀ ਹਨ, ਅੱਜ ਤਕਰੀਬਨ ਹਰ ਇੱਕ ਦੇਸ਼ ਦੇ ਵਿੱਚ ਪੰਜਾਬੀ ਚੜ੍ਹਦੀ ਕਲਾ ਦੇ ਵਿੱਚ ਹਨ, ਪਰ ਦੂਸਰੇ ਪਾਸੇ ਭਾਰਤ ਦੀ ਸਥਿਤੀ ਨੂੰ ਲੈ ਕੇ ਤੇ ਪੰਜਾਬੀਆਂ ਦੀ ਤੇ ਹਿੰਦੁਸਤਾਨ ਦੀ ਇੱਕ ਤਰ੍ਹਾਂ ਨਾਲ ਜੋ ਟਸਲ ਚੱਲ ਰਹੀ ਹੈ, ਮੈਂ ਜਾਣ ਕੇ ਲਫ਼ਜ਼ ਬੋਲ ਰਿਹਾ ਹਾਂ, ਭਾਵੇਂ ਪੰਜਾਬੀ ਭਾਰਤ ਦਾ ਹੀ ਹਿੱਸਾ ਹਨ, ਪਰ ਅੱਜ ਉਹ ਹਾਲਾਤ ਹੋ ਚੁੱਕੇ ਹਨ ਕਿ ਇੱਕ ਪਾਸੇ ਪੰਜਾਬ, ਹਰਿਆਣਾ, ਮਹਾ ਪੰਜਾਬ ਜਿਹੜਾ ਸਾਡਾ ਅਸਲ ਪੰਜਾਬ ਹੈ, ਸਾਰੇ ਇਕੱਠੇ ਹੋ ਕੇ ਇੱਕ ਪਾਸੇ ਖੜੇ ਹਨ ਤੇ ਹਿੰਦੁਸਤਾਨ ਦੀ ਸਰਕਾਰ ਇੱਕ ਪਾਸੇ ਖੜੀ ਹੈ, ਤੇ ਨਵਾਂ ਸਾਲ ਵੀ ਚੜ੍ਹ ਚੁੱਕਾ ਹੈ। ਠੰਡ ਦੀਆਂ ਪੋਹ ਦੀਆਂ ਰਾਤਾਂ ਨੇ। ਸਾਡੇ ਕਿਸਾਨ ਵੀਰ, ਮਜ਼ਦੂਰ ਵੀਰ, ਭੈਣ ਭਰਾ, ਬਜ਼ੁਰਗ ਅੱਜ ਦਿੱਲੀ ਦੇ ਬਾਰਡਰਾਂ ਦੇ ਉੱਤੇ ਕੜਕਦੀ ਠੰਡ ਦੇ ਵਿੱਚ ਆਪਣੀਆਂ ਜਾਇਜ਼ ਮੰਗਾਂ, ਜਾਇਜ਼ ਹੱਕ ਲੈਣ ਲਈ ਹਿੰਦੁਸਤਾਨ ਦੀ ਸਰਕਾਰ ਦੇ ਅੱਗੇ ਤਰਲਾ ਕਰ ਰਹੇ ਹਨ। ਜਾਇਜ਼ ਹੱਕ ਜੋ ਉਹਨਾਂ ਤੋਂ ਖੋਹ ਲਿੱਤੇ ਗਏ ਜ਼ਬਰਦਸਤੀ, ਤੇ ਇਸ ਦਾ ਅਸਰ ਪੂਰੀ ਭਾਰਤੀ ਰਾਜਨੀਤੀ ਤੇ ਕੀ ਪਏਗਾ, ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮਾਂ ਕਿਹੋ ਜਿਹਾ ਬਣੇਗਾ, ਕਿਉਂਕਿ ਸਮਾਂ ਜੋ ਹਾਲਾਤ ਬਣ ਰਹੇ ਨੇ, ਸਮਾਂ ਬਹੁਤ ਭਿਆਨਕ ਲੱਗ ਰਿਹਾ ਹੈ। ਇੱਕ ਪਾਸੇ ਪਿਛਲੇ 6 ਸਾਲਾਂ ਦੌਰਾਨ ਪਹਿਲਾਂ ਹੋਈ ਨੋਟਬੰਦੀ, ਫਿਰ GST ਅਤੇ ਫਿਰ ਤਰ੍ਹਾਂ ਤਰ੍ਹਾਂ ਦੇ ਜੋ ਭਾਰਤੀ ਸਰਕਾਰ ਵੱਲੋਂ ਫੈਸਲੇ ਲਿੱਤੇ ਗਏ, ਉਹ ਆਮ ਆਦਮੀ ਦੀ ਜੋ ਨਿੱਤ ਦੀ ਕਿਰਿਆ ਸੀ, ਜੋ ਉਹਦੀ ਰੋਟੀ ਕੱਪੜਾ ਤੇ ਮਕਾਨ ਦੀਆਂ ਬੇਸਿਕ ਜ਼ਰੂਰਤਾਂ ਵੀ ਸਨ, ਉਹਨਾਂ ਤੇ ਵੀ ਬਹੁਤ ਭਾਰੂ ਪਏ ਹਨ। ਅੱਜ ਇੱਕ ਆਮ ਇਨਸਾਨ, ਇੱਕ ਗਰੀਬ ਇਨਸਾਨ 2 ਵਕਤ ਦੀ ਰੋਟੀ ਲਈ ਵੀ ਮੁਹਤਾਜ ਹੋ ਰਿਹਾ ਹੈ। ਅੱਜ ਲੋਕੀ ਫਿਰ ਡਾਕਟਰ ਮਨਮੋਹਨ ਸਿੰਘ ਜੀ ਨੂੰ ਯਾਦ ਕਰਨਾ ਸ਼ੁਰੂ ਕਰਤਾ ਹੈ, ਜਿਹੜੇ ਬੋਲਦੇ ਬੇਸ਼ੱਕ ਘੱਟ ਸਨ, ਪਰ ਉਹਨਾਂ ਦੇ ਕੰਮ ਬੋਲਦੇ ਸਨ, ਉਹਨਾਂ ਦੀਆਂ ਨੀਤੀਆਂ ਬੋਲਦੀਆਂ ਸਨ, ਜਿਨ੍ਹਾਂ ਨੇ ਪੂਰੇ ਭਾਰਤ ਨੂੰ, ਜਦੋਂ ਸਾਰੇ ਵਿਸ਼ਵ ਭਰ ਵਿੱਚ ਰਿਸੈਸ਼ਨ ਸੀ ਤੇ ਭਾਰਤ ਦੀ ਜੋ ਆਰਥਿਕ ਸਥਿਤੀ ਸੀ ਉਹ ਸਾਰੇ ਵਰਲਡ ਨਾਲੋਂ ਬਹੁਤ ਵਧੀਆ ਚੱਲ ਰਹੀ ਸੀ, ਪਰ ਅੱਜ ਉਲਟ ਹੈ ਕਿ ਭਾਰਤ ਦੀ ਜੋ ਆਰਥਿਕਤਾ ਹੈ ਉਹ ਮਾਈਨਸ ਦੇ ਵਿੱਚ ਜਾ ਰਹੀ ਹੈ, GDP ਜੋ ਹੈ ਉਹ ਮਾਈਨਸ ਦੇ ਵਿੱਚ ਜਾ ਰਹੀ ਹੈ। ਅੱਜ ਇਸੇ ਹੀ ਸੰਦਰਭ ਦੇ ਵਿੱਚ ਅਸੀਂ ਸਾਡੇ ਜਿਹੜੇ ਨਾਲ ਜੋ ਗੈਸਟ ਜੁੜੇ ਹਨ, ਸਰਦਾਰ ਕੁਲਮੋਹਨ ਸਿੰਘ ਜੀ ਰਾਜਾਸਾਂਸੀ, ਜੋ ਕਿ ਬੈਂਕਰ ਵੀ ਰਹੇ ਹਨ, ਇਤਿਹਾਸਕਾਰ ਵੀ ਹਨ, ਅਤੇ ਸਿੱਖੀ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਮੈਂਬਰ ਵੀ ਹਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਵੀ ਰਹੇ ਹਨ। ਸਰਦਾਰ ਕੁਲਮੋਹਨ ਸਿੰਘ ਜੀ ਦਾ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਨਿੱਘਾ ਸਵਾਗਤ ਹੈ। ਸਰਦਾਰ ਕੁਲਮੋਹਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਮੋਹਨ ਸਿੰਘ ਜੀ, ਜਿਵੇਂ ਮੈਂ ਹੁਣੇ ਗੱਲਬਾਤ ਕੀਤੀ, ਭਾਰਤ ਦੀ ਓਵਰਆਲ ਜੋ ਸਥਿਤੀ ਚੱਲ ਰਹੀ ਹੈ, ਰਾਜਨੀਤਿਕ ਪੱਖੋਂ ਵੀ, ਆਰਥਿਕ ਪੱਖੋਂ ਵੀ, ਤੇ ਤੁਸੀਂ ਇੱਕ ਬੈਂਕਰ ਵੀ ਰਹੇ ਹੋ ਤੇ ਰਾਜਨੀਤੀ ਦੇ ਵਿੱਚ ਵੀ, ਸਿੱਖੀ ਰਾਜਨੀਤੀ ਦੇ ਵਿੱਚ ਵੀ ਰਹੇ ਹੋ, ਤੁਹਾਡਾ ਕੀ ਨਜ਼ਰੀਆ ਹੈ, ਕੀ ਪਰਿਪੇਖ ਹੈ ਅੱਜ ਦੇ ਹਾਲਾਤਾਂ ਦੇ ਉੱਤੇ? ਸਰਦਾਰ ਹਰਪ੍ਰੀਤ ਸਿੰਘ ਜੀ, ਨਜ਼ਰੀਆ ਦੇ ਵਿੱਚ ਆਪ ਜੀ ਦੇ ਦਰਸ਼ਕਾਂ ਨੂੰ, ਔਰ ਮੈਂ ਵਿਸ਼ੇਸ਼ ਕਰਕੇ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ
ਫਤਿਹ ਵੀ ਅਰਜ਼ ਕਰਦਾ ਵਾਂ ਔਰ ਆਪ ਜੀ ਦਾ ਦਰਸ਼ਕਾਂ ਦਾ ਧੰਨਵਾਦ ਕਰਦਾ ਕਿ ਅੱਜ ਅਸੀਂ ਉਸ ਵਿਸ਼ੇ ਤੇ ਗੱਲ ਕਰਨ ਵਾਸਤੇ ਅੱਗੇ ਆਏ ਹਾਂ ਜਿਹੜੇ ਵਿਸ਼ੇ ਤੇ ਅਸੀਂ ਗੱਲ ਕਰਨ ਨੂੰ ਤਿਆਰ ਹੀ ਨਹੀਂ ਆ, ਕਿਉਂਕਿ ਰਾਜਨੀਤੀ ਜਿਹੜੀ ਹੈ ਉਹਦਾ ਸਰਬਪੱਖੀ ਮੁਲਾਂਕਣ ਜਿਹੜਾ ਤੁਹਾਡਾ ਅੱਜ ਦਾ ਟਾਈਟਲ ਹੈ ਕਿ ਭਾਰਤ ਦੀ ਜਿਹੜੀ ਰਾਜਨੀਤੀ ਹੈ। ਪਹਿਲੀ ਗੱਲ ਤਾਂ ਮੈਂ ਹਰਪ੍ਰੀਤ ਸਿੰਘ ਜੀ ਦਰਦੀ ਜੀ ਆਪ ਜੀ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਦੁਨੀਆ ਭਰ ਦੀ ਰਾਜਨੀਤੀ ਦੇ ਵਿੱਚ ਭਾਰਤੀ ਰਾਜਨੀਤੀ ਦਾ ਇੱਕ ਪਰਪੇਖ ਜਿਹੜਾ ਹੈ, ਇਹਨੂੰ ਵੇਖਣ ਦਾ ਤਰੀਕਾ ਜਿਹੜਾ ਹੈ ਉਹ ਬਿਲਕੁਲ ਵੱਖਰਾ ਹੈ। ਕਿਉਂਕਿ ਜਦੋਂ ਤੱਕ ਕਿਸੇ ਸਭਤਾ ਨੂੰ, ਕਿਸੇ ਗੱਲ ਨੂੰ ਤੁਸੀਂ ਪਹਿਚਾਣਦੇ ਨਾ ਹੋਵੋ, ਉਦੋਂ ਤੱਕ ਤੁਸੀਂ ਉਹਦੀ ਗਹਿਰਾਈ ਤੱਕ ਨਹੀਂ ਪਹੁੰਚ ਪਾਉਂਦੇ। ਰਹੀ ਜਿੱਥੋਂ ਦੀ ਆਰਥਿਕ ਸਥਿਤੀ ਦੀ ਗੱਲ ਕਰੀਏ, ਦੇਸ਼ ਦੀ ਆਰਥਿਕ ਸਥਿਤੀ ਬਾਰੇ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹੋ ਕਿ GDP ਗਿਰ ਰਹੀ ਹੈ। ਕਿਸੇ ਦੇਸ਼ ਦੀ ਅਰਥ ਵਿਵਸਥਾ ਨੂੰ ਅਗਰ ਦੇਖਣਾ ਹੋਵੇ, ਉਹਦੀ ਇਕਨੋਮੀ ਨੂੰ ਦੇਖਣਾ ਹੋਵੇ ਤੇ ਉਹਦੀ GDP ਤੁਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਬਈ ਸਰਕਾਰਾਂ ਸ਼ਾਇਦ ਇਸ ਵੇਲੇ COVID-19 ਦਾ ਬਹਾਨਾ ਲੈ ਕੇ ਵੀ ਕਹਿ ਸਕਦੀਆਂ ਨੇ, ਲੇਕਿਨ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਦੁਨੀਆ ਭਰ ਦੇ ਅੰਦਰ ਇਹ ਜਿਹੜੀ COVID-19 ਦਾ ਪੈਂਡੇਮਿਕ ਆਇਆ ਸੀ, ਇਹਦਾ ਅਸਰ ਪੂਰੀ ਦੁਨੀਆ ਤੇ ਹੋਇਆ। ਇਸ ਦੇ ਨਾਲ ਭਾਰਤ ਦੀ ਅਰਥ ਵਿਵਸਥਾ ਤੇ ਹੋਣਾ ਵੀ ਜ਼ਰੂਰੀ ਸੀ, ਇਸ ਤੋਂ ਮੈਂ ਮੁਨਕਰ ਨਹੀਂ ਹਾਂ, ਲੇਕਿਨ ਜਿੰਨਾ ਜ਼ਿਆਦਾ ਹੋਇਆ ਹੈ ਇਹ ਬੜਾ ਇੱਕ ਖਤਰਨਾਕ ਮੋੜ ਹੈ ਜਿਹਦੇ ਤੇ ਸੋਚਣ ਦੀ ਲੋੜ ਹੈ। ਇਹ ਆਰਥਿਕ ਸਥਿਤੀ ਦੀ ਗੱਲ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ। ਜਿੱਥੋਂ ਤੱਕ ਰਾਜਨੀਤਿਕ ਪਰਪੇਖ ਦੀ ਗੱਲ ਹੈ, ਰਾਜਨੀਤਿਕ ਪਰਪੇਖ ਨੂੰ ਸਮਝਣ ਲਈ ਸਾਨੂੰ ਅੰਬੇਡਕਰ ਜੀ ਦੀ ਪਰਿਭਾਸ਼ਾ ਨੂੰ ਸਮਝਣਾ ਪਏਗਾ, ਜਿਹੜੇ ਆਧਾਰ ਤੇ ਉੱਤੇ ਭਾਰਤੀ ਕਨਸਟੀਟਿਊਸ਼ਨ ਨੂੰ ਤਿਆਰ ਕੀਤਾ ਗਿਆ ਸੀ। ਭਾਰਤੀ ਕਨਸਟੀਟਿਊਸ਼ਨ ਨੂੰ ਤਿਆਰ ਕੀਤਾ ਗਿਆ ਸੀ ਕਿ ਹਰ ਵਿਅਕਤੀ ਨੂੰ ਕੱਪੜਾ, ਰੋਟੀ, ਮਕਾਨ ਮਿਲਣਾ ਚਾਹੀਦਾ, ਹਰ ਵਿਅਕਤੀ ਨੂੰ ਬੋਲਣ ਦਾ ਅਧਿਕਾਰ ਮਿਲਣਾ ਚਾਹੀਦਾ, ਹਰ ਵਿਅਕਤੀ ਨੂੰ, ਉਹ ਜਿਹੜਾ ਦੇਸ਼ ਦੇ ਅੰਦਰ ਰਹਿਣ ਵਾਲਾ ਹੈ, ਉਸ ਵਿਅਕਤੀ ਨੂੰ ਉਸ ਦੇਸ਼ ਦੀ ਧਰਤੀ ਤੇ ਆਪਣੀ ਗੱਲ ਕਰਨ ਦਾ ਅਧਿਕਾਰ ਹੋਵੇ। ਉਸ ਦੇ ਕੋਲ, ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਹਦੇ ਕੋਲ ਉਹਦੇ ਰੋਜ਼ਮर्रा ਦੀ ਜਿਹੜੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੇ, ਉਹਦੇ ਪਰਿਵਾਰ ਦੀਆਂ ਜ਼ਰੂਰਤਾਂ ਨੇ, ਉਹ ਪੂਰੀਆਂ ਹੋਣ ਔਰ ਉਸ ਦੇ ਨਾਲ ਉਹ ਆਪਣੇ ਆਪ ਨੂੰ ਖੁਸ਼ਹਾਲ ਇੱਕ ਸ਼ਹਿਰੀ ਮਹਿਸੂਸ ਕਰੇ। ਇਹ ਬੜੀ ਵੱਡੀ ਗੱਲ ਹੁੰਦੀ ਹੈ। ਔਰ ਭਾਰਤੀ ਰਾਜਨੀਤੀ ਦੇ ਵਿਚਕਾਰ ਪਿਛਲੇ ਸਮੇਂ ਦੇ ਅੰਦਰ ਅਗਰ ਝਾਤੀ ਮਾਰੀਏ ਤੇ ਅਗਰ ਪੂਰੇ ਸਮੇਂ ਨੂੰ, ਅਗਰ ਤੁਸੀਂ 73-74 ਸਾਲ ਦੇ ਸਮੇਂ ਨੂੰ, ਕਿਉਂਕਿ ਪੌਣੀ ਸਦੀ ਹੋਣ ਤੇ ਜਾ ਰਹੀ ਹੈ, ਉਸ ਪੌਣੀ ਸਦੀ ਦੇ ਵਿੱਚ ਲਗਭਗ ਅਸੀਂ ਹੁਣ ਅੱਗੇ ਵੱਧਦੇ ਪਏ ਹਾਂ, ਇਹਨਾਂ ਹਾਲਾਤਾਂ ਵਿੱਚ ਅਸੀਂ ਦੇਖ ਰਹੇ ਹਾਂ ਕਿ ਰਾਜਨੀਤਿਕ ਜਿਹੜੀ ਇਸ ਵੇਲੇ ਸੋਚ ਹੈ ਉਹ ਕੇਵਲ ਤਾਂ ਕੇਵਲ ਵੋਟਾਂ ਲੈਣ ਤੱਕ ਸੀਮਤ ਹੋ ਗਈ ਹੈ। ਕਿਸੇ ਭਲਾਈ ਕਾਰਜਾਂ ਵਾਸਤੇ ਜਾਂ ਅਸੀਂ ਦੇਸ਼ ਦੇ ਸ਼ਹਿਰੀਆਂ ਨੂੰ ਕਿਸੇ ਜਗ੍ਹਾ ਦੇ ਉੱਤੇ ਉਹਨਾਂ ਦੀ ਪ੍ਰਸੰਨਤਾ ਚਿਹਰੇ ਤੇ ਦੇਖਣਾ ਚਾਹੀਏ, ਹੁਣ ਹਰ ਚਿਹਰਾ ਇਸ ਵੇਲੇ ਮਾਯੂਸ ਹੈ। ਉਹ ਮਾਯੂਸੀ ਦੇ ਕਾਰਨ ਨੂੰ ਸਰਕਾਰ ਦਾ ਕੰਮ ਇਹ ਲੱਭਣਾ, ਸ਼ਹਿਰੀ ਦਾ ਕੰਮ ਜਿਹੜਾ ਹੈ, ਇਹ ਕੰਮ ਸ਼ਹਿਰੀ ਨੇ ਤਾਂ ਮਿਹਨਤ ਕਰਨੀ ਹੈ ਔਰ ਸ਼ਹਿਰੀ ਆਪਣੀ ਜਗ੍ਹਾ ਮਿਹਨਤ ਕਰ ਰਿਹਾ। ਕਿਹੜੇ ਮੁਲਕ ਦਾ ਬਸ਼ਿੰਦਾ ਜਿਹੜਾ ਹੁੰਦਾ ਹੈ, ਜਿਹੜਾ ਉਹਦਾ ਸ਼ਹਿਰੀ ਹੁੰਦਾ, ਉਹ ਕੇਵਲ ਮਿਹਨਤ ਕਰ ਸਕਦਾ ਹੈ। ਮਿਹਨਤਕਸ਼ ਆਦਮੀ ਹਮੇਸ਼ਾ ਜ਼ਿੰਦਗੀ ਦੇ ਅੰਦਰ ਇਹ ਚਾਹੁੰਦਾ ਹੈ ਕਿ ਮੇਰੀ ਕੀਤੀ ਹੋਈ ਮਿਹਨਤ ਨੂੰ ਪ੍ਰਵਾਨ ਹੋਵੇ ਔਰ ਉਸ ਅਰਥ ਵਿਵਸਥਾ ਦੇ ਵਿਚਕਾਰ ਉਹਦਾ ਹਿੱਸਾ ਪਵੇ। ਹੁਣ ਭਾਰਤੀ ਰਾਜਨੀਤੀ ਦੇ ਵਿਚਕਾਰ ਅੱਜ ਦੀ ਤਰੀਕ ਵਿੱਚ ਇਹਦਾ ਅਸਰ ਜੋ ਸਿੱਖ ਰਾਜਨੀਤੀ ਦੀ ਮੇਰੇ ਨਾਲ ਗੱਲ ਜੋੜੀ ਹੈ, ਮੈਂ ਉਹਦੇ ਤੇ ਵੀ ਗੱਲ ਕਰਾਂਗਾ ਕਿ ਜਿਹੜੀ ਰਾਜਨੀਤਿਕ ਇਸ ਵੇਲੇ ਵਿਵਸਥਾ ਹੈ, ਉਹ ਵਿਵਸਥਾ ਹੈ ਕਿ ਇਹ ਇੱਕ ਤਰੀਕੇ ਦਾ ਸਿਧਾਂਤਕ ਰੂਪ ਨਾ ਰੱਖ ਕੇ ਅਰਥਮੈਟਿਕ ਰੂਪ ਹੋ ਗਿਆ। ਇਹ ਹਿਸਾਬ ਕਿਤਾਬ ਹੋ ਗਿਆ, ਜਰਬ ਤੇ ਘਟਾ ਤੇ ਮਾਈਨਸ ਪਲੱਸ ਡਿਵਾਈਡ, ਇਹ ਜਿਹੜੇ ਸਿੰਬਲ ਨੇ ਨਾ ਮੈਥਮੈਟਿਕਸ ਦੇ, ਉਹਨਾਂ ਦੇ ਉੱਤੇ ਆਧਾਰਿਤ ਹੋ ਗਿਆ ਕਿ ਫਲਾਣਾ ਜਾਤ ਨੂੰ ਫਲਾਣੀ ਜਗ੍ਹਾ ਤੋਂ ਇਕੱਠਾ ਕੀਤਾ ਜਾਏ, ਫਲਾਣੇ ਧਰਮ ਤੋਂ ਫਲਾਣੇ ਧਰਮ ਨੂੰ ਇਕੱਠਾ ਕੀਤਾ ਜਾਏ, ਉਹਨੂੰ ਵੱਖਰਾ ਕੀਤਾ ਜਾਵੇ ਤੇ ਇਹ ਵੋਟਾਂ ਦਾ ਪਰਸੈਂਟੇਜ ਬਣ ਜਾਏਗਾ ਔਰ ਉਹ ਵੋਟਾਂ ਦੇ ਪਰਸੈਂਟੇਜ ਦੇ ਉੱਤੇ ਮੇਰੀ ਜਿਹੜੀ ਸੀਟ ਹੈ ਉਹ ਪੱਕੀ ਹੋ ਜਾਏਗੀ। ਔਰ ਇਸ ਦੇ ਨਾਲ ਨਾਲ ਅਸੀਂ ਦੇਖੀਏ ਤੇ ਰਾਜਨੀਤੀ ਦੇ ਵਿਚਕਾਰ ਹੁੰਦਾ ਕੀ ਪਿਆ ਕਿ ਹੂ ਇਜ਼ ਦ ਵਿਨਰ, ਜੇਤੂ ਕੌਣ ਹੈ। ਹਰਪ੍ਰੀਤ ਜੀ, ਅਗਰ ਝਾਤੀ ਮਾਰੀਏ ਤੇ ਜੇਤੂ ਕੌਣ ਹੈ? ਅਗਰ ਵੋਟਾਂ ਦੀ ਡਿਵੀਜ਼ਨ ਹੋ ਜਾਏ, ਅਗਰ ਮੰਨ ਲਓ ਇੱਕ ਸੀਟ ਦੇ ਉੱਤੇ, ਕਿਉਂਕਿ ਲੋਕਤੰਤਰ ਹੈ, ਹਰ ਇੱਕ ਨੂੰ ਚੋਣ 'ਚ ਖੜੇ ਹੋਣ ਦਾ ਅਧਿਕਾਰ ਹੈ, ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ, ਸਾਡਾ ਸੰਵਿਧਾਨ ਕਹਿੰਦਾ ਹੈ, ਲੇਕਿਨ ਇਹਦੇ ਅੰਦਰ ਵੋਟਾਂ ਦੀ ਡਿਵੀਜ਼ਨ ਦੇ ਵਿਚਕਾਰ ਅਗਰ ਵੇਖੀਏ, ਮਿਸਾਲ ਦੇ ਤੌਰ ਤੇ 2000 ਵੋਟ ਦੀ ਚੋਣ ਹੋ ਰਹੀ ਹੈ ਔਰ 2000 ਵੋਟ ਦੀ ਚੋਣ ਦੇ ਅੰਦਰ ਤੁਸੀਂ ਇਹ ਵੇਖੋ ਕਿ ਜਿਹੜਾ ਬੰਦਾ 800 ਵੋਟ ਲੈ ਰਿਹਾ ਉਹ ਵਿਨਰ ਹੈ ਔਰ 1200 ਵੋਟ ਜਿਹੜੀ ਉਹਦੇ ਖਿਲਾਫ ਡਿਵਾਈਡ ਹੋ ਕੇ ਪੈ ਰਹੀ ਹੈ,
ਉਹ ਜਿਹੜੀ ਵੋਟ ਹੈਗੀ ਹੈ ਉਹ ਉਸ ਨੂੰ ਉਹਦੀ ਹਾਰ ਜਿੱਤ ਦਾ ਕਾਰਨ ਬਣਦੀ ਪਈ ਹੈ। ਤੇ ਜੇ ਉਹ 1200 ਵੋਟ ਡਿਵਾਈਡ ਨਾ ਹੁੰਦੀ ਤਾਂ ਫਿਰ ਤੁਸੀਂ ਵੇਖੋ ਕਿ ਇਹ ਚੋਣ ਜਿਹੜੀ ਇਹਦੇ ਨਤੀਜੇ ਵੱਖਰੇ ਹੋ ਜਾਣੇ ਸਨ। ਹੁਣ ਹਰਪ੍ਰੀਤ ਜੀ, ਮੈਂ ਇਹਨੂੰ ਇਹ ਨਹੀਂ ਕਹਿੰਦਾ ਕਿ ਕੋਈ ਤਾਂ ਤਰੀਕਾ ਅਪਣਾਉਣਾ ਪਏਗਾ ਚੋਣਾਂ ਕਰਨ ਵਾਸਤੇ, ਔਰ ਚੋਣਾਂ ਦਾ ਜੋ ਤਰੀਕਾ ਕੋਈ ਅਸੀਂ ਅਡਾਪਟ ਕਰ ਲੈਂਦੇ ਹਾਂ ਤੇ ਲੋਕਤੰਤਰੀ ਢਾਂਚੇ ਦੇ ਵਿਚਕਾਰ ਸਾਨੂੰ ਇਹ ਵੇਖਣ ਦੀ ਲੋੜ ਹੈ ਕਿ ਕਿਹੜਾ ਵਿਅਕਤੀ, ਕਿਹੜੀ ਪਾਰਟੀ, ਕਿਹੜਾ ਮੈਨੀਫੈਸਟੋ ਦੇ ਕੇ ਅੱਗੇ ਆ ਰਹੀ ਹੈ, ਔਰ ਮੇਰੀ ਅਗਰ ਉਸ ਦੇ ਨਾਲ ਰਾਏ ਮਿਲਦੀ ਹੈ ਔਰ ਮੇਰੇ ਦੇਸ਼ ਦੀ ਤਰੱਕੀ ਹੁੰਦੀ ਹੈ, ਮੇਰੇ ਦੇਸ਼ ਦਾ ਭਾਈਚਾਰਾ ਅੱਗੇ ਵੱਧਦਾ ਹੈ, ਮੇਰੇ ਦੇਸ਼ ਦੇ ਅੰਦਰ ਫੁੱਟ ਨਹੀਂ ਪੈਂਦੀ, ਮੇਰੇ ਦੇਸ਼ ਦੇ ਅੰਦਰ ਹਰ ਸ਼ਹਿਰੀ ਖੁਸ਼ ਹੋਏਗਾ, ਹਰ ਸ਼ਹਿਰੀ ਨੂੰ ਮਕਾਨ ਮਿਲੇਗਾ, ਹਰ ਸ਼ਹਿਰੀ ਨੂੰ ਖਾਣ ਨੂੰ ਰੋਟੀ ਮਿਲੇਗੀ, ਹਰ ਸ਼ਹਿਰੀ ਨੂੰ ਜਿਹੜਾ ਹੈ ਉਹਨੂੰ ਪਹਿਨਣ ਨੂੰ ਕੱਪੜਾ ਮਿਲੇਗਾ, ਔਰ ਉਸ ਦਾ ਧਰਮ, ਇੱਥੇ ਅੰਡਰਲਾਈਨ ਕਰਨਾ ਗੱਲ, ਉਸ ਦਾ ਧਰਮ, ਉਸ ਦੀ ਜਿਹੜੀ ਹੈ ਸੁਰੱਖਿਆ, ਜਿਹੜੀ ਹੈ ਉਸਦੇ ਧਰਮ ਦੀ ਸੁਰੱਖਿਆ ਉਹਨੂੰ ਪ੍ਰਾਪਤ ਹੋਏਗੀ। ਔਰ ਇਹ ਜਿਹੜੀ ਗੱਲ, ਜਿਹੜੇ ਉਹਦੇ ਧਰਮ ਦੀ ਸੁਰੱਖਿਆ ਹੈ ਉਹਨੂੰ, ਉਹਦੇ ਧਰਮ ਦੀ ਜਿਹੜੀ ਸੁਰੱਖਿਆ ਹੈ ਉਹ ਉਹਨੂੰ ਮਿਲੇਗੀ। ਇਹ ਜਿਹਨੂੰ ਚੀਜ਼ਾਂ ਉਹਨੂੰ ਮਿਲ ਜਾਂਦੀਆਂ ਨੇ ਤਾਂ ਫਿਰ ਇਹ ਲੱਗਦਾ ਹੈ ਕਿ ਇਸ ਵਿਅਕਤੀ ਦਾ ਮੈਨੀਫੈਸਟੋ, ਇਸ ਪਾਰਟੀ ਦਾ ਮੈਨੀਫੈਸਟੋ, ਕਿਉਂਕਿ ਅਸੀਂ ਪਾਰਟੀ ਦਾ ਮੈਨੀਫੈਸਟੋ ਪੜ੍ਹਦੇ ਹੀ ਨਹੀਂ। ਸਾਡੀ ਹਾਲਤ ਅੱਜ ਦੀ ਤਰੀਕ ਵਿੱਚ, ਮੈਂ ਦਰਸ਼ਕਾਂ ਨਾਲ ਵੀ ਗੱਲ ਸਾਂਝੀ, ਅਸੀਂ ਇੰਸ਼ੋਰੈਂਸ ਕਰਾਉਣਾ ਹੋਵੇ, ਅਸੀਂ ਕਦੀ ਕੀ ਕਹਿੰਦੇ ਨੇ ਕੋਈ ਲੋਨ ਲੈਣਾ ਹੋਵੇ, ਅਸੀਂ ਕਿਸੇ ਬੈਂਕ ਦੇ ਅੰਦਰ ਕਿਸੇ ਜਾ ਕੇ ਅਸੀਂ ਕਿਸੇ ਅਥਾਰਟੀ ਦੇ ਕਿਸੇ ਕਾਗਜ਼ ਨੂੰ ਪੜ੍ਹਦੇ ਤੱਕ ਨਹੀਂ, ਉਹਦੀਆਂ ਕਲੌਜ਼ਸ ਨੂੰ। ਅਸੀਂ ਸਿਰਫ ਸਾਈਨ ਕਰਨ ਵਾਲੀ ਜਗ੍ਹਾ ਦੇਖਦੇ ਹਾਂ, ਉੱਥੇ ਦਸਤਖਤ ਕੀਤੇ ਤੇ ਵਾਪਸ ਆ ਗਏ। ਇਦਾਂ ਹੀ ਸਾਡਾ ਵੋਟ ਪਾਉਣ ਦਾ ਹਾਲ ਹੋ ਗਿਆ। ਅਸੀਂ ਇਹ ਵੇਖਦੇ ਹੀ ਨਹੀਂ ਕਿ ਕਿਸੇ ਪਾਰਟੀ ਨੇ ਕੋਈ ਮੈਨੀਫੈਸਟੋ ਦਿੱਤਾ ਹੈ, ਉਹ ਮੈਨੀਫੈਸਟੋ ਮੇਰੇ ਦੇਸ਼ ਵਾਸਤੇ ਕਿੰਨਾ ਭਲਾ ਸਾਬਤ ਹੋਏਗਾ, ਮੇਰੇ ਦੇਸ਼ ਵਾਸਤੇ ਉਹਦੀਆਂ ਕਿੰਨੀਆਂ ਚੰਗੀਆਂ ਚੀਜ਼ਾਂ ਉਹਦੇ ਲਿਖੀਆਂ ਨੇ, ਮੇਰੇ ਦੇਸ਼ ਦੇ ਸ਼ਹਿਰੀਆਂ ਵਾਸਤੇ ਕਿੰਨੀਆਂ ਚੰਗੀਆਂ ਚੀਜ਼ਾਂ ਨੇ, ਮੇਰੇ ਧਰਮ ਵਾਸਤੇ ਮੇਰੀ ਕਿੰਨੀ ਮਹਿਫੂਜ਼ ਹੈ, ਮੇਰੀ ਅਕਲੀਤਾਂ ਕਿੰਨੀਆਂ ਮਜ਼ਬੂਤ ਨੇ, ਮੇਰੀਆਂ ਅਕਲੀਤਾਂ ਨੂੰ ਕਿੰਨੀ ਸੁਰੱਖਿਆ ਪ੍ਰਦਾਨ ਹੋਏਗੀ, ਮੇਰੇ ਦੇਸ਼ ਦਾ ਹਰ ਸ਼ਹਿਰੀ ਖੁਸ਼ ਹੋਏਗਾ। ਇਹ ਸਾਰੀਆਂ ਚੀਜ਼ਾਂ ਹਰ ਪਾਰਟੀ ਆਪਣੀ ਮੈਨੀਫੈਸਟੋ ਦਿੰਦੀ ਹੈ, ਲੇਕਿਨ ਹਰ ਪਾਰਟੀ ਦੇ ਆਪਣੀ ਮੈਨੀਫੈਸਟੋ ਦਾ ਪੇਸ਼ ਕਰਨ ਦਾ ਤਰੀਕਾ ਆਪਣਾ ਹੁੰਦਾ ਹੈ। ਇਸ ਕਰਕੇ ਸਾਨੂੰ ਇਹ ਚੀਜ਼ਾਂ ਨੂੰ ਬੜੀ ਸੰਜੀਦਗੀ ਨਾਲ ਸੋਚ ਕੇ ਆਪਣੀ ਵੋਟ ਪਾਣੀ ਚਾਹੀਦੀ ਹੈ। ਕੇਵਲ ਇਸ ਕਰਕੇ ਭਾਵਨਾਤਮਕ ਹੋ ਕੇ ਵੋਟ ਦੇਣ ਦਾ ਮਤਲਬ ਹੈ ਕਿ ਅਸੀਂ ਦੇਸ਼ ਦੀ ਰਾਜਨੀਤੀ ਨੂੰ ਭਾਵਨਾਤਮਕ ਹੋ ਕੇ ਚਲਾਉਣ ਵਾਸਤੇ ਉਹਨਾਂ ਲੀਡਰਾਂ ਨੂੰ ਅੱਗੇ ਲਿਆ ਰਹੇ, ਜਿਹੜੇ ਲੀਡਰ ਇਸ ਦੇਸ਼ ਨੂੰ ਪਤਾ ਨਹੀਂ ਚਲਾ ਪਾਉਣਗੇ ਕਿ ਨਹੀਂ ਚਲਾ ਪਾਉਣਗੇ, ਉਹਦੇ ਤੇ ਅਸੀਂ ਫੈਸਲਾ ਕਰ ਬੈਠਦੇ ਹਾਂ। ਕਈ ਵਾਰੀ ਗਲਤੀਆਂ, ਕਈ ਵਾਰੀ ਚੰਗੇ ਫੈਸਲੇ ਵੀ ਹੁੰਦੇ, ਕਈ ਵਾਰੀ ਮਾੜੇ ਫੈਸਲੇ ਹੁੰਦੇ ਨੇ। ਜਦੋਂ ਚੰਗੇ ਫੈਸਲੇ ਹੋ ਜਾਣ ਉਹਦੇ ਨਤੀਜੇ ਹਮੇਸ਼ਾ ਚੰਗੇ ਨਿਕਲਦੇ ਨੇ। ਜਿੱਦਾਂ ਤੁਸੀਂ ਡਾਕਟਰ ਮਨਮੋਹਨ ਸਿੰਘ ਜੀ ਦੀ ਗੱਲ ਕੀਤੀ ਹੈ, ਦੁਨੀਆ ਦੇ ਇਤਿਹਾਸ ਦੇ ਵਿਚਕਾਰ ਰੰਗ ਭੇਦ ਦੀਆਂ ਲੜਾਈਆਂ ਚਲਦੀਆਂ ਪਈਆਂ ਨੇ, ਚਲਦੀਆਂ ਰਹਿਣੀਆਂ ਨੇ, ਲੇਕਿਨ ਭਾਰਤੀ ਸਮਾਜ ਦੇ ਅੰਦਰ, ਭਾਈ ਰਾਜਨੀਤੀ ਦੇ ਅੰਦਰ ਇਹ ਇੱਕ ਦੂਸਰੇ ਤਰੀਕੇ ਦੀ ਰਾਜਨੀਤੀ ਹੈ, ਔਰ ਇਹਦੇ ਵਿਚਕਾਰ ਹਰ ਇੱਕ ਚੀਜ਼ ਜਿਹੜੀ ਹੈ ਸਾਨੂੰ ਬੜੀ ਸੋਚ ਸਮਝ ਕੇ ਉਸੇ ਫੈਸਲੇ ਕਰਨੇ ਚਾਹੀਦੇ, ਸਾਰੀ ਪੱਧਰ ਤੇ ਵੀ, ਵਿਅਕਤੀਗਤ ਪੱਧਰ ਤੇ। ਜੀ ਹੁਣ ਸਾਡੇ ਨਾਲ ਕੁਲਵੰਤ ਸਿੰਘ ਜੀ, ਸਾਧੂ ਭੁਪਿੰਦਰ ਸਿੰਘ ਜੀ ਜੁੜ ਚੁੱਕੇ ਨੇ, ਜੋ ਤੁਹਾਡੇ ਕੁਲੀਗ ਵੀ ਰਹੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਤੇ ਤੁਹਾਡੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਦੀਆਂ ਵੀ ਇਹਨਾਂ ਨੇ ਸੇਵਾਵਾਂ ਨਿਭਾਈਆਂ। ਅੱਜ ਕੱਲ ਪਟਨਾ ਸਾਹਿਬ ਵੀ ਸੇਵਾਵਾਂ ਨਿਭਾ ਰਹੇ ਨੇ, ਤੇ ਦਿੱਲੀ ਦੀ ਰਾਜਨੀਤੀ ਦੇ ਵਿੱਚ ਵੀ ਇਹ ਬੜੇ ਸਰਗਰਮ ਰਹੇ ਨੇ। ਸਾਧੂ ਜੀ, ਆਪ ਜੀ ਦਾ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਧੂ ਜੀ, ਇੱਥੇ ਤੁਹਾਨੂੰ ਮੇਰੀ ਆਵਾਜ਼ ਸੁਣਾਈ ਦੇ ਰਹੀ ਹੈ? ਜੀ 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 ਜੀ, ਬਿਲਕੁਲ ਜੀ। ਤੁਸੀਂ ਸੁਣਿਆ ਹੀ ਹੋਏਗਾ ਕੁਲਵੰਤ ਸਿੰਘ ਜੀ ਗੱਲਬਾਤ, ਅਸੀਂ ਸਾਡੀ ਜਿਵੇਂ ਅੱਜ ਦਾ ਵਿਸ਼ਾ ਹੈ ਭਾਰਤੀ ਰਾਜਨੀਤੀ ਦਾ ਸਰਬਪੱਖੀ ਮੁਲਾਂਕਣ। ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਜੀ ਭਾਰਤੀ ਰਾਜਨੀਤੀ ਦਾ ਜਿਹੜਾ ਨਵਾਂ ਸਾਲ ਚੜ੍ਹਿਆ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਸਰ ਹੋਰ ਆਮ ਲੋਕਾਂ ਤੇ ਪਏਗਾ, ਕਿਉਂਕਿ ਸਮਾਂ ਇੰਝ ਲੱਗ ਰਿਹਾ ਬਹੁਤ ਹੀ ਭਿਆਨਕ ਜਿਹੜਾ ਸਮਾਂ ਆ ਰਿਹਾ ਹੈ। ਵੀ ਸਰਕਾਰਾਂ ਦੇ ਹੱਥੋਂ ਵੀ ਜਿਹੜੀ ਗੱਲ ਹੈ ਆਮ ਬੰਦੇ ਦੇ ਭਲੇ ਦੀ, ਉਹ ਨਿਕਲਦੀ ਜਾ ਰਹੀ ਹੈ। ਤੇ ਦੂਸਰੇ ਪਾਸੇ, ਇੱਕ ਪਾਸੇ ਪੂਰਾ ਪੰਜਾਬ ਖੜਾ ਹੈ, ਜਿਹੜਾ ਅਸੀਂ ਮਹਾ ਪੰਜਾਬ ਕਹਿੰਦੇ ਹਾਂ, ਤੇ ਨਾਲ ਹੀ ਹਿੰਦੁਸਤਾਨ ਦੀ ਸਰਕਾਰ ਇੱਕ ਪਾਸੇ ਖੜੀ ਹੈ। ਤੇ ਅੱਜ ਕੀ ਕਹਿੰਦੇ ਵੀ ਉਹ ਸਥਿਤੀ ਬਣ ਗਈ, ਜਿਹੜੇ ਇਤਿਹਾਸ ਦੇ ਵਿੱਚ ਵੀ ਕਈ ਵਾਰ ਆਉਂਦੇ ਆ ਵੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਤੇ ਅੱਜ ਆਪਣੀਆਂ ਜਿਹੜੀ ਹੱਕੀ ਮੰਗਾਂ ਲਈ
ਜਿਹੜੇ ਮਜ਼ਦੂਰ ਨੇ, ਕਿਸਾਨ ਨੇ, ਉਹ ਦਿੱਲੀ ਦੀਆਂ ਬਾਰਡਰ ਦੇ ਉੱਤੇ ਬੈਠੇ ਨੇ, ਸੜਕਾਂ ਦੇ ਉੱਤੇ ਭਰੀ ਠੰਡ ਦੇ ਵਿੱਚ ਬੈਠੇ ਨੇ, ਤੇ ਦੂਸਰੇ ਪਾਸੇ ਇਕਨੋਮਿਕਲੀ ਵੀ ਤੇ ਰਾਜਨੀਤਿਕ ਤੌਰ ਤੇ ਵੀ ਜਿਹੜੀ ਭਾਰਤ ਦੀ ਤਾਕਤ ਹੈ ਉਹ ਮਾਈਨਸ ਦੇ ਵਿੱਚ ਜਾ ਰਹੀ ਹੈ। ਤੁਹਾਡਾ ਕੀ ਕਹਿਣਾ ਇਸ ਉੱਤੇ? ਮੇਰੇ ਹਰਪ੍ਰੀਤ ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਜੋ ਮੈਨੂੰ ਸਮੇਂ ਸਿਰ ਸਮਾਂ ਦਿੰਦੇ ਹੋ ਆਪਣੀ ਗੱਲ ਰੱਖਣ ਦਾ। ਔਰ ਅੱਜ ਆਪ ਜੀ ਨੇ ਜੋ ਮੇਰੇ ਬਾਰੇ ਜੋ ਬੋਲਿਆ ਹੈ ਉਹਦੇ ਵਿੱਚ ਥੋੜਾ ਜਿਹਾ ਮੈਂ ਕਰੈਕਸ਼ਨ ਕਰਨਾ ਚਾਹਾਂ। ਮੈਂ ਸਰਦਾਰ ਮੇਰੇ ਸਤਿਕਾਰਯੋਗ ਵੱਡੇ ਵੀਰ ਜੀ ਦਾ, ਕੁਲਵੰਤ ਸਿੰਘ ਜੀ ਦਾ ਕਦੇ ਵੀ ਕੁਲੀਗ ਨਹੀਂ, ਮੈਂ ਇਹਨਾਂ ਦਾ ਬਹੁਤ ਜੂਨੀਅਰ ਹਾਂ। ਇਹ ਮੇਰੇ ਬਹੁਤ ਸੀਨੀਅਰ ਨੇ, ਜੀ ਮੈਂ ਇਹਨਾਂ ਕੋਲ ਬਹੁਤ ਕੁਝ ਸਿੱਖਿਆ ਹੈ। ਇਹਨਾਂ ਦੀ ਜੀਵਨ ਜਾਂਚ ਤੋਂ ਮੈਂ ਬਹੁਤ ਕੁਝ ਗੇਨ ਕੀਤਾ ਆਪਣੇ ਲਈ ਨਾ, ਵੀ ਕਿਸ ਤਰੀਕੇ ਨਾਲ ਤੁਸੀਂ ਅਗਰ ਪੰਥ ਕੌਮ ਦੀ, ਇਹਨਾਂ ਨੇ ਜ਼ਿਆਦਾ ਸਮਾਂ ਜਿਹੜਾ ਆਪਣਾ ਪੰਥ ਕੌਮ ਦੀ ਸੇਵਾ ਵਿੱਚ ਲਾਇਆ ਹੈ। ਔਰ ਪੰਥ ਕੌਮ ਦੀ ਸੇਵਾ ਕਰਦੇ ਕਿਸੇ ਲਾਲਚ ਨੂੰ, ਕਿਸੇ ਨੂੰ ਆਪਣੇ ਜਿਹੜੇ ਪਰਸਨਲ ਮੁਫਾਦ ਨੂੰ ਇਹਨਾਂ ਨੇ ਕਦੀ ਨਹੀਂ ਵੇਖਿਆ। ਜੋ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਨਾਲ ਦੇਖਿਆ, ਮੈਂ ਬੜੇ ਮੈਂਬਰ ਦੇਖੇ, ਮੈਂ ਅਸਲ ਵਿੱਚ 4 ਜਾਂ 5 ਜਿਹੜੀਆਂ ਕਮੇਟੀਆਂ ਦੇ ਵਿੱਚ, ਔਰ ਕਈਆਂ ਵੀ ਤੇ ਮੈਂ ਉੱਤੇ ਥੱਲੇ ਕਰਨ ਵਾਸਤੇ ਵੀ ਵਿੱਚ ਰੋਲ ਅਪਣਾਇਆ ਹੈ, ਜਾਣਦੇ ਨੇ ਅੰਦਰ ਦੀਆਂ ਗੱਲਾਂ। ਤੇ ਲੇਕਿਨ ਮੈਂ ਇਹਨਾਂ ਵਰਗੀ ਸ਼ਖਸੀਅਤ ਜਿਹੜੀ ਹੈ ਨਾ, ਮੈਂਬਰਾਂ ਦੇ ਅਗਰ ਕਹਿ ਲਵਾਂ, ਕੋਈ ਵੀ ਅੱਜ ਤੱਕ ਤਕਰੀਬਨ ਪਿਛਲੇ 4 ਜਿਹੜੀਆਂ ਕਮੇਟੀਆਂ ਜਿਹੜੀਆਂ ਮੇਰੀ ਹੱਥੋਂ ਗਈਆਂ, ਮੇਰੀ ਅੱਖਾਂ ਦੇ ਸਾਹਮਣੇ ਨੇ, ਉਹਨਾਂ ਵਿੱਚੋਂ ਕੋਈ ਨਹੀਂ ਦਿਸਦਾ। ਮੈਂ ਇਹਨਾਂ ਦਾ ਬਹੁਤ ਜੂਨੀਅਰ ਹਾਂ ਜੀ ਜੀ। ਮੈਂ ਇਹਨਾਂ ਕੋਲੋਂ ਸਿੱਖ ਕੇ ਜਿਹੜੀਆਂ ਕਈ ਜਗ੍ਹਾ ਤੇ ਸੇਵਾਵਾਂ ਜਿਹੜੀਆਂ ਨੇ ਨਾ ਇਹਨਾਂ ਦੇ ਲਈ। ਔਰ ਅੱਜ ਅਸੀਂ ਜਿਹੜਾ ਬੈਠੇ ਹਾਂ ਗੱਲ ਕਰਨ ਵਾਸਤੇ ਅੱਜ ਦੇ ਹੁਕਮਰਾਨਾਂ ਦੀ, ਔਰ ਜਿਹੜੀ ਤੁਸੀਂ ਅੱਜ ਖਾਸ ਇੱਕ ਮੈਨੂੰ ਤੁਕ ਯਾਦ ਕਰਾਤੀ ਹੈ, ਜੱਗ ਹਿੰਦ ਪੰਜਾਬ ਦਾ ਹੋਣ ਲੱਗਾ। ਮੈਂ ਇੱਥੋਂ ਹੀ ਗੱਲ ਸ਼ੁਰੂ ਕਰ ਦਿੰਦਾ। ਜੀ ਇਸ ਤੁਕ ਤੋਂ ਇੱਕ ਗੱਲ ਤਾਂ ਬੜੀ ਸਪਸ਼ਟ ਸਾਫ਼ ਨਜ਼ਰ ਆਉਂਦੀ ਹੈ ਕਿ ਵੀ ਪੰਜਾਬ ਔਰ ਜਿਹੜਾ ਹਿੰਦੁਸਤਾਨ ਜਿਹਨੂੰ ਕਹਿ ਲਈਏ, ਉਹ ਦੋਨੋਂ ਅੱਡ ਦੇਸ਼ ਸਨ, ਉਹ ਇੱਕ ਕਦੀ ਨਹੀਂ ਸਨ। ਉਹ ਚਲੋ ਜੀ ਬ੍ਰਿਟਿਸ਼ਰਸ ਆਏ, ਉਹਨਾਂ ਨੇ ਕਿਸ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੋਇਆ ਔਰ ਕਿੱਦਾਂ ਭੁਲੇਖਾ ਪਾਇਆ, ਧੋਖਾ ਦਿੱਤਾ ਵੀ ਜਦੋਂ ਸਾਡੇ ਕੰਵਰ ਸਾਹਿਬ ਜਿਹੜੇ ਆਪਾਂ ਕਹਿ ਲਈ ਦਲੀਪ ਸਿੰਘ ਹੋਰੀ ਜਵਾਨ ਹੋਣਗੇ ਜੀ, ਉਹਨਾਂ ਨੂੰ ਵਾਪਸ ਭੇਜਾਂਗੇ, ਤੁਹਾਡਾ ਰਾਜ ਤੋਂ ਦਿਆਂਗੇ। ਇਹ ਇਤਿਹਾਸ ਦੀਆਂ ਗੱਲਾਂ ਨੇ, ਔਰ ਅਸੀਂ ਇਹ ਵੈਸੇ ਇਤਿਹਾਸ ਯਾਦ ਕਰਦੇ ਰਹੀਏ ਤੇ ਸਾਨੂੰ ਆਪਣੀ ਜਿਹੜੀ ਖੁਦ ਮੁਖਤਿਆਰੀ ਦੀ ਗੱਲਾਂ ਜਿਹੜੀਆਂ ਉਹ ਸਾਡੇ ਦਿਲਾਂ ਵਿੱਚ ਜਾਗਦੀਆਂ ਰਹਿਣਗੀਆਂ। ਔਰ ਜੀ ਇਹ ਜ਼ਰੂਰੀ ਹੋਣੀਆਂ ਚਾਹੀਦੀਆਂ ਨੇ ਗੱਲਾਂ ਕਰਨੀਆਂ। ਔਰ ਹੁਕਮਰਾਨ ਜਿਹੜੇ ਨੇ, ਦੇਖੋ ਬ੍ਰਿਟਿਸ਼ਰ ਦੇ ਜਾਣ ਦੇ ਬਾਅਦ ਜਿਹੜੇ ਹਿੰਦੁਸਤਾਨ ਦੀ ਧਰਤੀ ਜਿਹੜੀ ਹੈ, ਜਿਹੜੀ ਭਾਰਤ ਕਹਿ ਲਈਏ ਆਪਾਂ, ਉਹਦੇ ਵਿੱਚ ਜਿਹੜੀਆਂ 2 ਵੱਡੀਆਂ ਮੇਜਰ ਪਾਰਟੀਆਂ ਰਹੀਆਂ ਨੇ, ਉਹ ਕਾਂਗਰਸ ਤੇ ਬੀਜੇਪੀ ਰਹੀ, ਜਿਹੜੀ ਅੱਜ ਤੱਕ ਦੇ 70 ਸਾਲ ਦੇ ਇਹਨਾਂ ਦੇ ਇੰਡੀਪੈਂਡੈਂਸ ਦੇ ਇਤਿਹਾਸ ਦੇ ਵਿੱਚ। ਔਰ ਜੀ ਜੇ ਕਾਂਗਰਸ ਦਾ ਵੀ ਬੜਾ ਲੰਬਾ ਸਮਾਂ ਤੁਸੀਂ ਪਿੱਛੇ ਦੇਖਿਆ, ਬੀਜੇਪੀ ਨੂੰ ਤਾਂ ਬਹੁਤ ਕਈ ਸਾਲਾਂ ਦੇ ਬਾਅਦ ਇਹਨਾਂ ਦੀ ਜਿਹੜੀ ਵਿਊਥ ਚੱਲ ਰਹੀ ਸੀ, ਬੀਜੇਪੀ ਦੇ ਪਿੱਛੇ ਕੰਮ ਕਰਨ ਵਾਲੀ ਥਿੰਕ ਟੈਂਕ ਆਰਐਸਐਸ ਜਿਹੜੀ, ਇਹਨਾਂ ਨੇ ਬਹੁਤ ਸਾਲ ਕੰਮ ਕਰਨ ਦੇ ਬਾਅਦ ਅੱਜ ਇਹਨਾਂ ਨੂੰ ਮੌਕਾ ਮਿਲਿਆ। ਔਰ ਉਸ ਮੌਕੇ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਦਿਖਾ ਦਿੱਤਾ ਕਿ ਵੀ ਜੋ ਸੋਚ ਜਿਹੜੀ ਹੈ ਇਹਨਾਂ ਦੀ ਪੋਜ਼ਿਟਿਵ ਨਹੀਂ ਹੈ। ਅਸੀਂ ਅੱਜ ਤੱਕ ਇਹ ਕਹਿੰਦੇ ਰਹੇ ਕਿ ਵੀ ਮੈਂ ਆਪਣੀ ਥੋੜੀ ਸਿੱਖੀ ਨਜ਼ਰੀਏ ਨਾਲ ਵੀ ਗੱਲ ਜਿਹੜੀ ਮੈਂ ਆਪ ਦੇ ਨਾਲ ਕਰਾਂਗਾ ਸਾਂਝੀ, ਕਿ ਵੀ ਅਸੀਂ ਇਹੀ ਸੋਚਦੇ ਰਹੇ ਵੀ ਕਾਂਗਰਸ ਜਿਹੜੀ ਹੈ ਉਹ ਠੀਕ ਨਹੀਂ ਹੈ, ਉਹ ਹੁਕਮਰਾਨ ਜਿਹੜੇ ਗਲਤ ਨੇ, ਕਿਉਂਕਿ ਉਹਨਾਂ ਦਾ ਇਤਿਹਾਸ ਵੇਖਿਆ ਜਾਏ ਤੇ ਉਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਉਹਨਾਂ ਦੀਆਂ ਕਹਿ ਲਈਏ ਵੀ ਜੋ ਉਹਨਾਂ ਨੇ ਕੀਤੇ ਕਾਰੇ, ਉਹਦੇ ਵਿੱਚ ਉਹ ਇੱਕ ਦੱਬਾ ਉਹਨਾਂ ਦੇ ਲਈ ਲੱਗਾ। ਉਹ ਸਭ ਤੋਂ ਵੱਡਾ ਇੱਕ ਐਮਰਜੈਂਸੀ ਦਾ ਸਮਾਂ ਸੀ ਤੇ 1984 ਦਾ। ਔਰ ਦੋਨਾਂ ਵਿੱਚ ਹੀ ਉਹ ਜਿਹੜਾ ਸਮਾਂ ਤੁਸੀਂ ਦੇਖ ਲਓ, ਐਮਰਜੈਂਸੀ ਦੇ ਵੇਲੇ ਵੀ ਸਿੱਖ ਕੌਮ ਪੰਜਾਬ ਨੇ ਅੱਗੇ ਵੱਧ ਕੇ ਉਹਦੀ ਖਿਲਾਫਤ ਕੀਤੀ, ਜੇਲਾਂ ਭਰੀਆਂ ਔਰ ਉਹਨਾਂ ਨੂੰ ਮਜਬੂਰ ਕੀਤਾ। ਔਰ 1984 ਦੇ ਵਿੱਚ ਵੀ ਜਿਹੜਾ ਉਹ ਇੱਕ ਪੁਰਾਣਾ ਅਨੰਦਪੁਰ ਦਾ ਮਤਾ ਜਿਹੜਾ ਕਹਿ ਲਈਏ ਖੁਦ ਮੁਖਤਿਆਰੀ ਦੀ ਗੱਲ ਹੈ, ਔਰ ਜਿਹੜੀ ਇੱਕ ਵਾਅਦਾ ਖਿਲਾਫੀ ਸਾਡੇ ਨਾਲ ਕੀਤੀ ਗਈ ਜਿਹੜੀ ਉਸ ਵੇਲੇ ਦੇ ਹੁਕਮਰਾਨ ਦੀ ਔਰ ਅੱਜ ਤੱਕ ਕੀਤੀ ਜਾ ਰਹੀ ਹੈ, ਉਹਦੇ ਐਵਜ਼ ਹੀ ਸਾਨੂੰ ਤੋਹਫਾ ਵੀ ਜਿਹੜਾ ਸਮੇਂ ਮੇਰੇ ਮਿਲਿਆ। ਔਰ 1984 ਦਾ ਜਿਹੜਾ ਇੱਕ ਕਿਸਮ ਦਾ ਵੱਡਾ ਜਿਹੜਾ ਘੱਲੂਘਾਰਾ ਉਹਨਾਂ ਨੇ ਕੀਤਾ। ਹੁਣ ਅੱਜ ਜੀ ਇਹ ਗੱਲ ਅੱਜ ਬੀਜੇਪੀ ਜਦ ਤੋਂ ਬੈਠੇ ਉਹਨੂੰ ਮੌਕਾ ਮਿਲਿਆ, ਬੜੇ ਸਮੇਂ ਬਾਅਦ ਇਹਨਾਂ ਨੂੰ ਮੌਕਾ ਮਿਲਿਆ ਔਰ ਸਭ ਨੇ ਸੋਚਿਆ ਵੀ ਨਹੀਂ, ਇਹਨਾਂ ਨੂੰ ਬਹੁਤ ਸਮਾਂ ਗਵਾਚ ਲਿਆ। ਕਿਉਂਕਿ ਅਸਲ ਵਿੱਚ ਇਹ ਦੇਖਿਆ ਸਾਡੇ ਵਿੱਚ ਨਾ ਕਿ ਅਸੀਂ ਕਹਿੰਦੇ ਇੱਕ ਮੌਕਾ ਹੋਰ, ਉਹ ਮੌਕਾ ਦਿੰਦੇ ਜਿਹੜਾ ਅਸੀਂ ਨਾ ਕਾਫੀ ਸਾਲ ਗੁਜ਼ਾਰ ਦਿੰਦੇ ਹਾਂ ਔਰ ਫਿਰ ਅਸੀਂ ਅਗਲੇ ਨਵੇਂ ਇੱਕ ਮੌਕਾ ਦਿੰਦੇ। ਲੇਕਿਨ ਅਗਰ ਉਹ ਵੀ ਸਾਡੇ ਨਾਲ ਕਿਧਰੇ ਨਾ ਕਿਧਰੇ ਵਾਅਦਾ ਖਿਲਾਫੀ ਕਰੇ ਔਰ ਗਲਤ ਕਰੇ ਤੇ ਉਹ ਸਾਨੂੰ ਸਮਾਂ ਲੱਗਦਾ ਹੈ ਸਮਝਣ ਨੂੰ ਔਰ ਉਸਨੂੰ ਬਦਲਾਵ ਲਿਆਉਣ ਵਿੱਚ। ਖੈਰ ਉਹ ਸਮਾਂ ਜਿਹੜਾ ਹੱਲੇ ਵੀ ਇੱਥੇ ਲੱਗ ਰਿਹਾ ਬੀਜੇਪੀ ਦਾ, ਕਿਉਂਕਿ ਤੁਸੀਂ ਦਾਦੀ ਇਹ ਸਰਕਾਰ ਆਈ ਔਰ ਖਾਸ ਕਰਕੇ ਇਹਨਾਂ ਨੇ ਸਾਡੇ ਪ੍ਰਧਾਨ ਮੰਤਰੀ ਜਿਹੜੇ ਹੈ ਮੋਦੀ ਸਾਹਿਬ ਜੋ ਮੌਜੂਦਾ ਨੇ, ਉਹਨਾਂ ਨੇ ਸ਼ੁਰੂਆਤ ਕੀਤੀ ਪਹਿਲੇ ਝਾਂਸਾ ਦੇ ਕੇ ਲੋਕਾਂ ਨੂੰ, ਜਿਵੇਂ ਵੀਰ ਜੀ ਨੇ ਮੈਨੀਫੈਸਟੋ ਦੀ ਗੱਲ ਕੀਤੀ ਵੀ ਮੈਨੀਫੈਸਟੋ ਵਾਚਣਾ ਚਾਹੀਦਾ ਹੈ। ਮੈਂ ਇੱਥੇ ਸਮਝਦਾ ਵਾਂ ਕਿ ਮੈਨੀਫੈਸਟੋ ਜਦੋਂ ਜਿਹੜੀਆਂ ਸਰਕਾਰਾਂ ਬਣਾਉਂਦੀਆਂ ਨੇ, ਭਾਵੇਂ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਭਾਵੇਂ ਤੁਹਾਡੀ ਸਟੇਟ ਦੀ ਹੋਵੇ, ਭਾਵੇਂ ਧਾਰਮਿਕ ਏਜੰਡੇ ਦੀ ਹੋਵੇ, ਕਿਧਰੇ ਦੀ ਹੋਵੇ, ਇਹ ਮੈਨੀਫੈਸਟੋ ਤਾਂ ਏਦਾਂ ਦੇ ਬਣਾਉਂਦੇ ਆ ਕਿ ਜਿਵੇਂ ਇਹਨਾਂ ਨੇ ਅਟਰੈਕਟ ਕਰਨਾ ਵੋਟਾਂ ਲਈ, ਲੇਕਿਨ ਉਹਨੂੰ ਇੰਪਲੀਮੈਂਟ ਨਹੀਂ ਕਰਦੇ। ਸੇਮ ਉਸੇ ਢੰਗ ਨਾਲ ਮੋਦੀ ਸਾਹਿਬ ਨੇ ਯਾਦ ਕਰਾ ਦਿਆ, ਇਹਨਾਂ ਨੇ ਸ਼ੁਰੂ ਕਹਿਤਾ ਕਿ ਹਰ ਸਿੱਖ ਦੇ
ਖਾਤੇ ਦੇ ਵਿੱਚ 15 ਲੱਖ ਰੁਪਇਆ ਆ ਜਾਏਗਾ ਜੀ, ਤੁਸੀਂ ਮੈਨੂੰ ਇੱਥੇ ਲਿਆਓ, ਮੈਂ ਇਹ ਕਰ ਦਾਂਗਾ, ਮੈਂ ਉਹ ਕਰ ਦਾਂਗਾ। ਜਦੋਂ ਇਹਨਾਂ ਦੇ ਪੁਰਾਣੇ ਔਰ ਇਹਨਾਂ ਦੇ ਮੰਤਰੀਆਂ ਦੇ ਪੁਰਾਣੇ ਤੁਸੀਂ ਬਿਆਨ ਪੜ੍ਹੋ, ਜਿਸ ਵੇਲੇ ਇਹ ਆ ਪਾਵਰ ਵਿੱਚ ਨਹੀਂ ਨੇ ਔਰ ਅੱਜ ਜੋ ਪਾਵਰ ਵਿੱਚ ਆਉਂਦੇ ਨੇ, ਉਹ ਟੋਟਲੀ ਉਲਟ ਹੋ ਜਾਂਦਾ ਹੈ। ਹੁਣ ਆਉਂਦੇ ਹੀ ਇਹਨਾਂ ਨੇ ਲੋਕਾਂ ਨੂੰ ਜੀ ਕਿਹਾ ਵੀ ਤੁਸੀਂ ਜਿਹੜਾ ਆਪਣੇ ਜਿਹੜੀ ਤੁਹਾਡੇ ਕੋਲ ਮਨੀ ਹੈ, ਕਾਲਾ ਧਨ ਹੈ, ਉਹਨੂੰ ਤੁਹਾਨੂੰ ਮੌਕਾ ਦੇ ਰਹੇ ਆ, ਇੰਨਾ % ਟੈਕਸ ਜਮ੍ਹਾਂ ਕਰਾਓ ਤੇ ਤੁਸੀਂ ਆਪਣਾ ਧਨ ਕਰ ਲਓ। ਉਸ ਚੱਕਰ ਵਿੱਚ ਇਹਨਾਂ ਨੇ ਜੀ ਲੋਕਾਂ ਨੂੰ ਥੋੜਾ ਪਰਚਾਇਆ, ਲੋਕਾਂ ਨੇ ਕਾਫੀਆਂ ਨੇ ਆਪਣਾ ਪੈਸਾ ਜਿਹੜਾ ਹੈ ਕੋਸ਼ਿਸ਼ ਕੀਤੀ ਵੀ ਹਾਂਜੀ ਟੈਕਸ ਦੇ ਕੇ ਆਪਣਾ ਬਚਾਈਏ, ਕਿਉਂਕਿ ਜੇ ਅਗਰ ਅਸਲ ਹੀ ਦੇਖਿਆ ਜਾਵੇ, ਉੱਥੇ ਅਗਰ ਤੁਸੀਂ ਸਾਰਾ ਟੈਕਸ ਭਰਦੇ ਹੋ ਤੇ ਬੰਦੇ ਦੇ ਪੱਲੇ ਕੱਖ ਨਹੀਂ ਬਚਦਾ। ਇਹ ਟੈਕਸ ਜੀ ਟੈਕਸ ਚੋਰੀ ਤਾਂ ਕਰਦੇ ਆ ਕਿ ਆਪਣੇ ਆਪ ਨੂੰ ਵੀ ਕੁਝ ਆਪਣੇ ਘਰ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ, ਆਪਣੇ ਨੂੰ ਅੱਗੇ ਵਧਣ ਵਾਸਤੇ। ਅਗਰ ਸਰਕਾਰਾਂ ਸੀਮਤ ਤਰੀਕੇ ਨਾਲ ਟੈਕਸ ਲਾਈ ਜਾਏ, ਹੁਣ ਉਦਾਹਰਨ ਦੇ ਵਜੋਂ ਮੈਂ ਕੈਨੇਡਾ ਔਰ ਇੰਡੀਆ ਦੀ ਅਗਰ ਮੈਂ ਉਦਾਹਰਨ ਦੀ ਗੱਲਾਂ ਕਰਾਂ, ਹੁਣ ਇੱਥੇ ਹਰ ਬੰਦਾ ਸਿੱਖ ਜਿਹੜਾ ਬੜੇ ਇਮਾਨਦਾਰੀ ਨਾਲ ਹਰ ਇਨਸਾਨ ਟੈਕਸ ਭਰਦਾ ਹੈ ਔਰ ਉਹਨੂੰ ਬੈਨੀਫਿਟ ਵੀ ਮਿਲਦੇ ਆ ਸਰਕਾਰ ਦੇ। ਹੁਣ ਜੀ ਬੀਜੇਪੀ ਨੇ ਜਦੋਂ ਜੀ ਨੋਟਬੰਦੀ ਦੇ ਬਾਅਦ ਗੱਲ ਕੀਤੀ ਜੀ, ਉਹਦੇ ਬਾਅਦ ਇਹਨਾਂ ਨੇ ਨੋਟਬੰਦੀ ਕਰ ਲਈ। ਜਦੋਂ ਪਹਿਲਾਂ ਟੈਕਸ ਦਾ ਹੋਇਆ, ਫਿਰ ਰਾਤੋਂ ਰਾਤ ਨੋਟਬੰਦੀ ਕੀਤੀ, ਲੋਕਾਂ ਦਾ ਕਿੰਨਾ ਨੁਕਸਾਨ ਇਹਨਾਂ ਨੇ ਝੇਲਿਆ। ਤੇ ਜੀ ਇਹ ਮਹਾਮਾਰੀ ਜਿਹੜੀ ਕੁਦਰਤੀ ਮਹਾਮਾਰੀ ਆ ਗਈ, ਜਿਹੜਾ ਲੰਬਾ ਸਮਾਂ 1 ਸਾਲ ਤੋਂ ਜਿਹੜਾ ਅਸੀਂ ਵੇਖ ਰਹੇ ਹਾਂ, ਔਰ ਲੋਕਾਂ ਦੇ ਕਾਰੋਬਾਰਾਂ ਤੇ ਇਫੈਕਟ ਪਿਆ, ਜ਼ਿੰਦਗੀ ਤੇ ਇਫੈਕਟ ਪਿਆ, ਲੋਕਾਂ ਦੇ ਆਪਣੇ ਪਰਿਵਾਰ ਦੇ ਕਈ ਵਿਛੜ ਵੀ ਗਏ ਉਹਨਾਂ ਕੋਲੋਂ। ਔਰ ਲੇਕਿਨ ਸਰਕਾਰ ਨੇ ਕੋਈ ਉੱਥੇ ਮਦਦ ਜਿਹੜੀ ਹੈ ਨਹੀਂ ਕੀਤੀ। ਜੋ ਮੈਂ ਬਾਹਰ ਦੀਆਂ ਸਰਕਾਰਾਂ ਨੂੰ ਵੇਖਿਆ ਵੀ ਜਿੱਥੇ ਅਮਰੀਕਾ, USA, ਕੈਨੇਡਾ ਦੇਖਦਾ, ਉੱਥੇ ਜਿਹੜੀ ਆਪਣੇ ਲੋਕਾਂ ਨੂੰ, ਆਪਣੇ ਵਸਨੀਕਾਂ ਦੇ ਲਈ ਬੜਾ ਧਿਆਨ ਰੱਖਦੇ ਆ। ਫਿਰ ਦੇਖਿਆ ਜਾਵੇ ਹਲੇ ਇਹ ਚੱਲ ਹੀ ਰਿਹਾ ਹੈ, ਹਲੇ ਇਹ ਹੁਣ ਅੱਜ ਮੌਜੂਦਾ ਸਾਡੇ ਸਾਹਮਣੇ ਜਿਹੜਾ ਇਹ ਇੱਕ ਪੰਜਾਬ ਦੀ ਜਿਹੜੀ, ਮੈਂ ਖਾਲੀ ਪੰਜਾਬ ਦੀ ਕਿਸਾਨ ਦੀ ਜਿਹੜੀ ਗੱਲ ਹੈ, ਇਹਨਾਂ ਨੇ ਨਵੇਂ-ਨਵੇਂ ਕਾਨੂੰਨ ਬਣਾਏ, ਨਵੇਂ-ਨਵੇਂ ਜਿਹੜੇ ਇੰਪਲੀਮੈਂਟ ਕੀਤੇ, ਔਰ ਧੀਰੇ-ਧੀਰੇ ਇਹ ਨਜ਼ਰ ਆ ਰਿਹਾ ਕਿ ਇਹਨਾਂ ਨੇ ਜਿਹੜੀਆਂ ਚੀਜ਼ਾਂ, ਕੰਪਨੀਆਂ ਜਿਹੜੀਆਂ ਸਰਕਾਰ ਨੇ ਵੇਚੀਆਂ ਨੇ, ਬਣਾਈਆਂ ਕੋਈ ਨਹੀਂ। ਪੁਰਾਣਾ ਇਤਿਹਾਸ ਕਰ ਲਈਏ, ਜਿਵੇਂ ਅਸੀਂ ਮਨਮੋਹਨ ਸਿੰਘ ਹੋਰਾਂ ਦੀ ਵੀ ਤੁਸੀਂ ਜ਼ਿਕਰ ਕਰਦੇ ਸੋ, ਉਹ ਇੱਕ ਐਗਜ਼ਾਮਪਲ ਰਿਹਾ। ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਅੱਜ ਤੱਕ ਦੇ ਜਿੰਨੇ ਵੀ ਮਿਨਿਸਟਰ ਰਹੇ, ਉਹ ਇੱਕ ਐਗਜ਼ਾਮਪਲ ਰਹੇ, ਭਾਵੇਂ ਉਹ ਕਾਂਗਰਸ ਵੱਲੋਂ ਬਣਾਏ ਗਏ ਸਨ, ਭਾਵੇਂ ਜਿਸ ਤਰ੍ਹਾਂ ਵੀ, ਲੇਕਿਨ ਉਹਨਾਂ ਦੀ ਲਿਆਕਤ ਜਿਹੜੀ, ਉਹਨਾਂ ਦੀ ਸੂਝ-ਬੂਝ ਜਿਹੜੀ, ਉਹ ਤਾਂ ਇੱਕ ਵਰਲਡ ਪਾਵਰ ਦੇ ਵਿੱਚ, ਜਿਵੇਂ ਆਪਾਂ USA ਨੂੰ ਗਿਣ ਲੈਂਦੇ ਹਾਂ, ਉਹਨੇ ਵੀ ਉਹਨਾਂ ਦੀ ਜਿਹੜੀ ਸਮਝ ਨੂੰ ਮੰਨਿਆ ਔਰ ਉਹਨਾਂ ਨੂੰ ਜਿਸ ਢੰਗ ਨਾਲ ਸਤਿਕਾਰ ਦਿੱਤਾ, ਉਹ ਕਿਸੇ ਤੋਂ ਲੁਕਿਆ ਨਹੀਂ ਹੈਗਾ। ਔਰ ਸਾਡੇ ਕੋਲ ਜਿਹੜੇ ਉਸ ਸਮੇਂ ਦੇ ਪ੍ਰੈਜ਼ੀਡੈਂਟ ਵੀ ਸਾਡੇ ਕੋਲ ਗਏ, ਇੱਕ ਐਗਜ਼ਾਮਪਲ ਬੜਾ ਵਧੀਆ ਦੇ ਗਏ, ਅਬਦੁਲ ਕਲਾਮ ਸਾਹਿਬ ਦੇ ਗਏ ਨੇ ਆਪਣਾ, ਵੀ ਉਹ ਕਿਸ ਢੰਗ ਨਾਲ ਇੱਕ ਨਿਚਲੀ ਜੀਵਨ ਤੋਂ ਚੱਲੇ ਔਰ ਕਿਵੇਂ ਉਹਨਾਂ ਨੇ ਦੇਸ਼ ਕੌਮ ਲਈ ਕੰਮ ਕਰਕੇ ਦੇ ਗਏ, ਔਰ ਇੱਕ ਉਦਾਹਰਨ ਨੇ। ਲੇਕਿਨ ਇਹ ਮੈਂ ਸਮਝਦਾ ਸਮੇਂ ਨਾਲ ਜਿਹੜੇ ਹੁਕਮਰਾਨ ਕਈ ਵਾਰੀ ਜਿਨ੍ਹਾਂ ਨੂੰ ਕਾਫੀ ਸਾਲਾਂ ਬਾਅਦ ਕੁਝ ਮਿਲ ਜਾਏ ਜਾਂ ਉਹਨਾਂ ਦਾ ਦਿਮਾਗ ਫਿੱਟ ਜਾਂਦਾ ਹੈ, ਮੈਂ ਹੁਣ ਭਾਸ਼ਾ ਕਈ ਵਾਰੀ ਇਹੋ ਜਿਹੀ ਮੈਨੂੰ ਵਰਤਣੀ ਪੈ ਰਹੀ ਹੈ, ਮੈਨੂੰ ਲਫ਼ਜ਼ ਸਮਝ ਨਹੀਂ ਆ ਰਹੇ, ਕਿ ਵੀ ਦਿਮਾਗ ਫਿੱਟ ਜਾਂਦਾ ਤੇ ਉਹ ਇਹ ਸੋਚਦੇ ਨਹੀਂ ਕਿ ਵੀ ਆਮ ਜਿਹੜੀ ਜ਼ਿੰਦਗੀ ਹੈ, ਆਮ ਇਨਸਾਨ ਦੀ ਜ਼ਿੰਦਗੀ ਦੇ ਉੱਤੇ ਕੀ ਅਸਰ ਪੈ ਰਿਹਾ, ਉਹ ਕਿੰਨਾ ਸਫ਼ਰ ਕਰ ਰਿਹਾ। ਹੁਣ ਇਹਨਾਂ ਨੇ ਇੱਕ ਵੱਡੇ ਜੀ ਹੁਕਮਰਾਨਾਂ ਨੂੰ ਜਿਹੜਾ ਇਹ ਫਾਇਦਾ ਦੇਣ ਲਈ ਇਹ ਲਾਅ ਬਣਾ ਲਿਆ, ਜਿਹਦੇ ਵਿੱਚ ਅੱਜ ਜਿਹੜਾ ਸਾਡੇ ਸਾਹਮਣੇ ਮੌਜੂਦਾ ਕਿਸਾਨਾਂ ਦਾ ਜਿਹੜੇ ਡਟ ਗਏ, ਔਰ ਇਹ ਜਿਹੜੀ ਆਵਾਜ਼ ਜਿਹੜੀ ਹੈ ਨਿਹੱਕ ਦੀ ਜਿਹੜੀ ਆਵਾਜ਼ ਹੈ, ਗਲਤ ਕਾਰੇ ਦੀ ਆਵਾਜ਼ ਵੀ ਦੇਖੋ ਅੱਜ ਪੰਜਾਬ ਵੱਲੋਂ ਉੱਠਦੀ ਹੈ। ਔਰ ਉਹਦਾ ਇੱਕ ਜਿਹੜਾ ਇੱਕ ਆਪਾਂ ਕਹਿ ਲਈਏ ਵੀ ਮੁਹਿੰਮ ਸ਼ੁਰੂ ਹੁੰਦੀ ਹੈ, ਔਰ ਉਹਨੂੰ ਕਿੰਨਾ ਹੁੰਗਾਰਾ ਮਿਲਦਾ ਹੈ। ਅੱਜ ਉਹ ਹਰਿਆਣਾ ਦੇ ਲੋਕ ਨਾਲ, ਰਾਜਸਥਾਨ ਦੇ ਨਾਲ, UP ਦੇ ਨਾਲ, ਅੱਜ ਉਹ ਪਤਾ ਲੱਗ ਗਿਆ ਵੀ ਹਾਂਜੀ ਵੀ ਸਰਕਾਰ ਨੇ ਕਿੱਦਾਂ ਦਾ ਨਿਆਂ ਕਰ ਰਿਹਾ, ਔਰ ਮੋਰਚਾ ਲਾ ਕੇ ਬੈਠੇ ਹੈ। ਇਹ ਮੋਰਚਾ, ਜਿਵੇਂ ਮੈਂ ਆਪ ਜੀ ਨੂੰ ਪਹਿਲਾਂ ਵੀ ਕਿਹਾ, ਵੀ ਪੰਜਾਬ ਤੇ ਪੰਜਾਬੀ ਔਰ ਸਿੱਖਾਂ ਦੀ ਜਿਹੜੀ ਹੈ ਦੇ ਖੂਨ ਦੇ ਵਿੱਚ ਵਸਿਆ ਹੋਇਆ ਵੇ, ਕਿਉਂਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੈ ਕਉ ਕੋ ਦੇਤ ਨਹੀਂ, ਨਾ ਹੀ ਪੈ ਮੰਨਤ ਆਨ, ਵੀ ਨਾ ਆਪਾਂ ਕਿਸੇ ਨੂੰ ਪੈ ਦਿੰਦੇ ਹਾਂ ਤੇ ਨਾ ਹੀ ਕਿਸੇ ਦਾ ਇਹ ਪੈ ਮੰਨਦੇ ਹਾਂ, ਨਾ ਹੀ ਮੰਨਦੇ ਹਾਂ। ਅਸੀਂ ਨਿਹੱਕ ਦੇ ਖਿਲਾਫ ਆਵਾਜ਼ ਜਿਹੜੀ ਹਮੇਸ਼ਾ ਇਹ ਬੁਲੰਦ ਕੀਤੀ ਹੈ, ਵੀ ਜੋ ਇਸ ਬਾਣੀ ਦੇ ਨੂੰ ਪੜ੍ਹਦਾ ਸਮਝਦਾ, ਉਹ ਹਮੇਸ਼ਾ ਹੀ ਨਿਹੱਕ ਦੇ ਖਿਲਾਫ ਰਹੇਗਾ। ਉਹਨੂੰ ਉਹਦੇ ਵਿੱਚ ਆਪਣੀ ਜਾਨ ਮਾਲ ਦਾ ਵੀ ਕੋਈ ਜਿਹੜਾ ਪਰਵਾਹ ਨਹੀਂ ਹੁੰਦੀ ਹੈ। ਹੁਣ ਅੱਜ ਇੱਥੇ ਵਾਅਦਾ ਖਿਲਾਫੀ ਦੀ ਹੁਣ ਕਾਫੀ ਦਿਨਾਂ ਤੋਂ ਵਾਅਦਾ ਤੇ ਕਰ ਰਹੇ ਆ ਵੀ ਉਹ ਕਿਸਾਨਾਂ ਦੇ ਨਾਲ ਆਪਾਂ ਜਿਹੜਾ ਬੈਠ ਕੇ ਸਮਝੌਤਾ ਕਰਾਂਗੇ, ਅਸੀਂ ਖੁੱਲੇ ਦਿਲ ਨਾਲ ਬੈਠੇ ਹਾਂ, ਅਸੀਂ ਤੁਹਾਡੀ ਗੱਲ ਸੁਣਦੇ ਹਾਂ। ਲੇਕਿਨ ਤੁਸੀਂ ਅੱਜ ਦੇਖ ਲਓ ਕਿੰਨੇ ਹੀ ਦਿਨ ਹੋ ਗਏ, ਮਹੀਨੇ ਹੀ ਹੋ ਗਏ, ਉਹਨਾਂ ਨੇ ਗੱਲਾਂ ਤੇ ਕਰ ਰਹੇ, ਲੇਕਿਨ ਕਿਸੇ ਪਾਸੋਂ ਉਹਨਾਂ ਨੇ ਉਹ ਸਿਰੇ ਗੱਲ ਚੜਾਈ ਨਹੀਂ ਹੈ। ਹੁਣ ਵਾਅਦਾ ਖਿਲਾਫੀ ਜਿਹੜੀ ਹੈ ਕਾਂਗਰਸ ਨੇ ਵੀ ਕੀਤੀ, ਸਿੱਖਾਂ ਨਾਲ ਅਨੰਦਪੁਰ ਦਾ ਮਤਾ ਜਿਹੜਾ ਅੱਜ ਤੱਕ ਵਾਅਦਾ ਖਿਲਾਫੀ ਹੈ। ਦੂਜੇ ਪਾਸੇ ਮੈਂ ਕਹਿ ਲਵਾਂ, ਜਦੋਂ ਇਹ ਭਾਰਤ ਦੇਸ਼ ਬਣਦਾ ਹੈ, ਉਹਦੇ ਵਿੱਚ ਕਸ਼ਮੀਰੀਆਂ ਨੂੰ ਵੀ ਇੱਥੇ ਗੱਲ ਕਰਨੀ ਮੈਨੂੰ ਲੱਗਦਾ ਜ਼ਰੂਰੀ ਹੈ, ਵੀ ਕਸ਼ਮੀਰੀਆਂ ਨੂੰ ਵੀ ਇੱਕ ਹੱਕ ਦਿੱਤਾ ਜਾਂਦਾ ਹੈ। ਧਾਰਾ 370 ਹੈ, ਜੰਮੂ ਕਸ਼ਮੀਰ ਦਿੱਤੀ ਜਾਂਦੀ ਹੈ। ਅੱਜ ਉਹ ਕੀ ਕੀਤਾ ਗਿਆ, ਇੰਨੇ ਸਾਲਾਂ ਬਾਅਦ ਇੱਕ ਵਾਅਦਾ ਖਿਲਾਫੀ ਕੀਤੀ ਗਈ, ਰਾਤੇ ਰਾਤ ਮਿਲਟਰੀ ਲਾ ਕੇ ਉਹ ਤੋੜ ਦਿੱਤੀ ਗਈ, ਔਰ ਉਹਨਾਂ ਦੇ ਹੱਕ ਖੋਹ ਲਏ ਗਏ। ਮੈਨੂੰ ਇੱਥੇ ਡਰ ਇਹ ਵੀ ਲੱਗਦਾ ਵੀ ਜਦੋਂ ਜਿਵੇਂ ਪੁਰਾਣੀਆਂ ਸਰਕਾਰਾਂ ਨੇ ਵੇਖਿਆ ਵੀ ਪੰਜਾਬ ਦੀ ਧਰਤੀ ਦੇ ਲੋਕ ਜਿਹੜੇ ਇੰਨੇ ਜਾਗਰੂਕ ਨੇ, ਔਰ ਉਹ ਕਿਸੇ ਵੀ ਮੋਰਚੇ ਤੋਂ ਔਰ ਕਿਸੇ ਵੀ ਇਹ ਜਿਹੜੀ ਨਿਹੱਕ ਹੋਣ ਦੀ ਗੱਲ ਕਰਨ ਤੋਂ ਪਿੱਛੇ ਨਹੀਂ ਹਟਦੇ, ਤੇ ਸਮਾਂ ਪਾ ਕੇ ਪੰਜਾਬ ਨੂੰ ਤੋੜ ਦਿੱਤਾ ਜਾਂਦਾ। ਤੁਸੀਂ ਉਹ ਪੰਜਾਬ ਟੁੱਟਾ, ਉਹਦੇ ਵਿੱਚੋਂ ਕੁਝ ਹਿੱਸਾ ਜੰਮੂ ਵੱਲ ਚਲਾ ਜਾਂਦਾ ਵੇ, ਕੁਝ ਹਿੱਸਾ ਹਰਿਆਣਾ ਵੱਲ ਚਲਾ ਜਾਂਦਾ ਹੈ, ਚੰਡੀਗੜ੍ਹ ਕੱਢ ਦਿੱਤਾ ਜਾਂਦਾ ਹੈ। ਮਤਲਬ ਵੀ ਇੱਕ ਅਪਾਹਿਜ ਕਰਦੇ ਹੋ ਵੀ ਉਹਨੂੰ ਤੁਸੀਂ ਤੋੜ ਦਿਓ, ਵੀ ਅੱਗੇ ਉਹ ਸਰਕਾਰਾਂ ਸੇਧ ਲੈ ਲੈਂਦੀਆਂ ਵੀ ਇਹਨਾਂ ਨੂੰ ਕਿਵੇਂ ਤੋੜ ਕੇ ਰੱਖਦੀ, ਵੀ ਜੇ ਜੋ ਇਹ ਅੱਗੇ ਜਿਹੜਾ ਕਿਸੇ ਵੀ ਪਾਸੋਂ ਖਲੋ ਨਾ ਸਕਣ, ਮੋਰਚਾ ਨਾ ਲਾ ਸਕਣ। ਲੇਕਿਨ ਇਹ ਇਹਨਾਂ ਦੀ ਗਲਤਫਹਿਮੀ ਹੈ। ਮੈਂ ਸਮਝਦਾ ਵਾਂ ਗੁਰੂ ਨਾਨਕ ਦਾ ਸਿੱਖ, ਗੁਰੂ ਗੋਬਿੰਦ ਦਾ ਸਿੱਖ ਅਗਰ ਕੱਲਾ ਵੀ ਜਿੰਦਾ ਹੈ ਤੇ ਸ਼ਾਇਦ ਉਹ ਕੱਲਾ ਵੀ ਅਗਰ ਉਹਦੀ ਬਾਣੀ ਤੇ ਉਹਨਾਂ ਦੇ ਉਪਾਏ ਪੂਰਨਿਆਂ ਤੇ ਚੱਲਦਾ ਹੈ
ਉਹਨਾਂ ਦੀ ਨਾਮ ਬਾਣੀ ਤੋਂ ਇਲਾਵਾ ਉਹ 3 ਜਿਹੜੀਆਂ ਸਾਨੂੰ ਜੀਵਨ ਜਾਚ ਗੁਰੂ ਨਾਨਕ ਸਾਹਿਬ ਨੇ ਪਹਿਲੇ ਸ਼ੁਰੂਆਤੀ ਦੇ ਦਿੱਤੀਆਂ ਵੀ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਤੇ ਪੁਣਿਆ ਤੇ ਵਿਚਲਦਾ ਹੋਇਆ ਕਦੀ ਵੀ ਨਿਹੱਕ ਦੀ ਗੱਲ ਤੇ ਔਰ ਕਦੀ ਕਿਸੇ ਦੀ ਈਨ ਜਿਹੜੀ ਹੈ ਇਸ ਤਰ੍ਹਾਂ ਨਹੀਂ ਮੰਨਦਾ ਔਰ ਉਹ ਆਵਾਜ਼ ਜਿਹੜੀ ਹੈ ਚੁੱਕਦਾ ਰਹੇਗਾ। ਔਰ ਤੁਸੀਂ ਇਹ ਵੀ ਅੱਜ ਤੁਹਾਨੂੰ ਦੱਸਦਾ ਗੁਰੂ ਨਾਨਕ ਸਾਹਿਬ ਦੇ ਜਿਹੜੀ ਅੱਜ ਕਿਸਾਨਾਂ ਦਾ ਮੋਰਚਾ ਲੱਗਾ ਇਹ ਬੜਾ ਦੂਰ ਤੱਕ ਗੁਰੂ ਨਾਨਕ ਸਾਹਿਬ ਤੱਕ ਗੱਲ ਜਾਣ ਵਾਲੀ ਹੈ, ਜਾਂਦੀ ਮਿਲਦੀ ਹੈ। ਜਿੱਥੇ ਗੁਰੂ ਨਾਨਕ ਸਾਹਿਬ ਨੇ ਕੀਰਤੀ ਹੁੰਦਿਆਂ ਹੋਇਆਂ ਜਿੱਥੇ ਇੱਕ ਹੱਟੀ ਤੇ ਬੈਠ ਕੇ ਗੁਰੂ ਨਾਨਕ ਸਾਹਿਬ ਨੇ 13 ਤੋਲਤਾ, ਉੱਥੇ ਗੁਰੂ ਨਾਨਕ ਸਾਹਿਬ ਦੀ ਕਰਤਾਰਪੁਰ ਦੀ ਧਰਤੀ ਹੈ ਜਿੱਥੇ ਅੱਜ ਕਿੰਨੇ ਹੀ ਖੇਤ ਗੁਰੂ ਨਾਨਕ ਸਾਹਿਬ ਦੇ ਮੌਜੂਦ ਨੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪ ਹਲ ਜੋਇਆ ਤੇ ਉਹ ਅਸੀਂ ਕਿਸਾਨ ਜਿਹੜੇ ਆ ਉਹ ਅਸੀਂ ਗੁਰੂ ਨਾਨਕ ਦਾ ਹੀ ਨੇ ਨਾ ਜੀ। ਤੇ ਉਹ ਕਿਸ ਢੰਗ ਨਾਲ ਆਪਣੀ ਧਰਤੀ ਨੂੰ ਜਿਹੜਾ ਉਹ ਧਰਤੀ ਤੇ ਜੋ ਬੀਜਦੇ ਆ, ਜੋ ਧਰਤੀ ਦੀ ਗੋਦ ਚੋਂ ਕੱਢਦੇ ਆ, ਜੋ ਇਨਸਾਨ ਦੀ ਮੈਂ ਕਹਿੰਦਾ ਭੁੱਖ ਜਿਹੜੀ ਹਰ ਇਨਸਾਨ ਨੂੰ ਲੋੜ ਹੈ ਸਵੇਰ ਰਾਤ ਨੂੰ, ਉਹਨੂੰ ਕਿਵੇਂ ਇਸ ਤਰ੍ਹਾਂ ਰੋਲ ਦੇਣਗੇ ਔਰ ਆਪਣੇ ਹੱਕਾਂ ਨੂੰ ਕਿਵੇਂ ਛੱਡ ਦੇ। ਅੱਜ ਜੋ ਇੱਕ ਜਿਹੜੀ ਠੰਡਾ ਰਾਤਾਂ ਨੇ ਜਿਹੜੀਆਂ ਅੱਜ ਅਸੀਂ ਪਿੱਛੇ ਹਫਤਾ ਮਨਾ ਹਟੇ ਆ, ਕਹਿ ਰੋ ਹਫਤਾ ਕਹਿਣ ਦੀ ਗੱਲ ਹੈ, ਯਾਦ ਤਾਂ ਸਾਨੂੰ ਸਾਰੀ ਉਮਰ ਰਹਿਣਾ ਚਾਹੀਦਾ। ਜਿਵੇਂ ਠੰਡੇ ਬੁਰਜੀ ਮਾਤਾ ਜੀ ਔਰ ਛੋਟੇ ਸਾਹਿਬਜ਼ਾਦਿਆਂ ਦੀ ਜਿਸ ਤਰ੍ਹਾਂ ਉਹਨਾਂ ਨੂੰ ਉੱਥੇ ਤਸੀਹੇ ਮਿਲਦੇ ਔਰ ਕਿੰਨੇ ਸਾਲ ਰਹਿਣ ਦੇ ਬਾਅਦ ਹੁਕਮਰਾਨਾਂ ਦਾ ਈਨ ਨਹੀਂ ਮੰਨਦੇ ਔਰ ਆਪਣੀ ਸ਼ਹਾਦਤ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਅੱਜ ਤੁਸੀਂ ਦੇਖੋ ਉਹਦਾ ਹੀ ਸਿੱਖ ਜਿਹੜਾ ਹੈ, ਉਹਨਾਂ ਦਾ ਹੀ ਸਿੱਖ, ਉਹਨਾਂ ਦੇ ਜਿਹੜੇ ਇਨਸਾਨ ਨੇ ਜਿਹੜੇ ਉਹਨਾਂ ਨੂੰ ਮੰਨਦੇ ਆ, ਅੱਜ ਉਹ ਦਿੱਲੀ ਦੀ ਧਰਤੀ ਦੇ ਠੰਡ ਦੇ ਵਿੱਚ ਕਿਸ ਤਰ੍ਹਾਂ ਟੈਂਟਾਂ ਦੇ ਵਿੱਚ ਆਪਣਾ ਸਮਾਂ ਗੁਜ਼ਾਰ ਰਹੇ ਨੇ ਔਰ ਇੱਕ ਆਡਾ ਜਿਹੜਾ ਲਾ ਕੇ ਬੈਠੇ ਨੇ। ਆਡਾ ਕਿ ਮੈਂ ਤਾਂ ਕਹਿੰਦਾ ਕਿ ਆਪਣਾ ਇਨਸਾਫ ਮੰਗਣ ਲਈ ਬੈਠੇ ਨੇ। ਉਹਨਾਂ ਨੇ ਇਹ ਇੱਕ ਹਥਿਆਰ ਨਹੀਂ ਚੁੱਕਿਆ ਹਲੇ, ਉਹਨਾਂ ਨੇ ਇੱਕ ਜਮਹੂਰੀਅਤ ਦੀ ਆਪਣੀ ਗੱਲ ਰੱਖਣ ਦੀ ਗੱਲ ਕੀਤੀ ਹੈ। ਔਰ ਜਿਸ ਕੌਮ ਦੇਸ਼ ਦੇ ਵਿੱਚ ਜਦੋਂ ਮੈਂ ਗੱਲ ਸੁਣਦਾ ਸੀ ਵੀਰ ਕੁਲਮੋਹਨ ਸਿੰਘ ਹੋਰਾਂ ਦੀ ਵੀ ਜਦੋਂ ਤੁਹਾਨੂੰ ਆਪਣੇ ਧਰਮ ਦੀ ਆਜ਼ਾਦੀ ਨਹੀਂ ਹੈ, ਜਿੱਥੇ ਮੈਂ ਇੱਥੇ ਧਰਮ ਦੀ ਆਜ਼ਾਦੀ ਔਰ ਤੁਹਾਨੂੰ ਬੋਲਣ ਦੀ ਆਜ਼ਾਦੀ ਨਹੀਂ ਹੈ, ਉਹ ਦੇਸ਼ ਉਹ ਜਗ੍ਹਾ ਮੈਂ ਸਮਝਦਾ ਇਨਸਾਨੀਅਤ ਲਈ ਠੀਕ ਨਹੀਂ ਹੁੰਦੀ। ਕਿਉਂਕਿ ਇਹ ਦੋ ਆਜ਼ਾਦੀਆਂ ਜਿਹੜੀਆਂ ਨੇ ਬੋਲਣ ਲਈ ਬਹੁਤ ਜ਼ਰੂਰੀ ਨੇ ਇਨਸਾਨ ਨੂੰ, ਆਪਣੇ ਜੀਵਨ ਲਈ, ਆਪਣੇ ਧਰਮ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਦੇਸ਼ ਨੂੰ ਪ੍ਰਫੁੱਲਤ ਕਰਨ ਲਈ। ਵੀ ਜਿੱਥੇ ਤੁਹਾਨੂੰ ਜਦ ਤੱਕ ਤੁਸੀਂ ਕਿਸੇ ਦੇ ਗਲਤ ਕਾਰੇ ਲਈ ਬੋਲੋਗੇ ਨਹੀਂ, ਰਾਈਟ ਆਫ ਸਪੀਚ ਦਾ ਮਤਲਬ ਇਹ ਹੈ ਕਿ ਵੀ ਤੁਸੀਂ ਬੋਲੋਗੇ, ਤੁਸੀਂ ਦੱਸੋਗੇ, ਤੁਸੀਂ ਚੰਗੀ ਗੱਲ ਨੂੰ ਚੰਗੀ, ਜਿਹਨੂੰ ਬੁਰੀ ਨੂੰ ਗੱਲ ਕਰੋਗੇ ਔਰ ਉਹਦੇ ਖਿਲਾਫ ਬੋਲੋਗੇ। ਔਰ ਜਿੱਥੇ ਤੁਸੀਂ ਆਪਣੇ ਧਰਮ ਦੇ ਵਿੱਚ ਰਹਿ ਕੇ ਆਪਣੇ ਧਰਮ ਦੀ ਨੂੰ ਪਾਲਣਾ ਸੋਹਣੇ ਢੰਗ ਨਾਲ ਕਰ ਸਕਦੇ ਹੋ। ਕਿਉਂਕਿ ਧਾਰਮਿਕ ਗ੍ਰੰਥ ਹੀ ਐਸਾ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਖਿੱਤੇ ਦਾ ਹੋਵੇ, ਕਿਸੇ ਵੀ ਦੇਸ਼ ਦਾ ਹੋਵੇ, ਧਾਰਮਿਕ ਗ੍ਰੰਥ ਕੋਈ ਵੀ ਲੈ ਲਵੋ, ਤੁਹਾਨੂੰ ਉਹ ਇਨਸਾਨੀਅਤ ਦੇ ਰਾਹ ਤੇ ਲਿਜਾਣ ਦੀ ਗੱਲ ਕਰੇਗਾ, ਸੱਚ ਹੱਕ ਦੀ ਗੱਲ ਕਰੇਗਾ, ਕਦੀ ਕਿਸੇ ਨੂੰ ਤੇ ਜ਼ੁਲਮ ਦੀ ਗੱਲ ਨਹੀਂ ਕਰੇਗਾ। ਔਰ ਧਰਮ ਗ੍ਰੰਥ ਜਿਹੜਾ ਹੈ ਉਹ ਧਰਮ ਦੇ ਗ੍ਰੰਥ ਤੋਂ ਹੀ ਧਰਮ ਦੀ ਜਿਹੜੀ ਪਾਲਣਾ ਦੀ ਗੱਲ ਕੀਤੀ ਜਾਂਦੀ ਹੈ। ਅਗਰ ਉਹ ਰਾਈਟ ਆਫ ਸਪੀਚ ਔਰ ਰਾਈਟ ਆਫ ਰਿਲੀਜਨ ਨਾ ਮਿਲੇ ਤੇ ਉਹ ਧਰਤੀ ਜਿਹੜੀ ਹੈ ਉਹ ਇਨਸਾਨੀਅਤ ਲਈ, ਇਨਸਾਨ ਲਈ ਜਿਹੜੀ ਹੈ ਉਹ ਮਾਕੂਲ ਨਹੀਂ ਹੁੰਦੀ ਹੈ। ਸੋ ਅੱਜ ਜੋ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਵੇ ਉਹਦੇ ਵਿੱਚ ਸਿਰਫ ਅੱਗੇ ਜਾ ਕੇ ਮੈਨੂੰ ਥੋੜਾ ਜਿਹਾ ਡਰ ਇਹ ਵੀ ਲੱਗਦਾ ਹੈ ਕਿ ਵੀ ਪਤਾ ਨਹੀਂ ਇਹਦੇ ਕੀ ਸਿੱਟੇ ਨਿਕਲਣਗੇ ਔਰ ਕਿਧਰੇ ਨਾ ਕਿਧਰੇ ਇਹ ਜਿਹੜਾ ਅਗਰ ਤੇ ਸਰਕਾਰਾਂ ਇਸ ਗੱਲ ਨੂੰ ਮੰਨ ਵੀ ਗਈਆਂ ਤੇ ਉਹਨਾਂ ਦੇ ਮਨ ਦੇ ਵਿੱਚ ਕਿਧਰੇ ਨਾ ਕਿਧਰੇ ਇਹ ਗੱਲ ਰਹੇਗੀ ਵੀ ਜਿਸ ਧਰਤੀ ਤੋਂ ਇਹ ਆਵਾਜ਼ ਉੱਠੀ ਹੈ ਵੀ ਉਸ ਧਰਤੀ ਦਾ ਕਿਸੇ ਢੰਗ ਨਾਲ ਨੁਕਸਾਨ ਜਾਂ ਕਿਹੜੇ ਢੰਗ ਨਾਲ ਹੱਕ ਉਹਨਾਂ ਕੋਲੋਂ ਖੋਏ ਜਾਣ ਜਾਂ ਉਹਨਾਂ ਨੂੰ ਬੰਨਿਆ ਜਾਵੇ। ਔਰ ਅਗਰ ਅਸੀਂ ਸਫਲ ਹੁੰਨੇ ਆ ਤੇ ਇਹ ਕਿਧਰੇ ਨਾ ਕਿਧਰੇ ਇਹ ਮੈਨੂੰ ਥੋੜਾ ਜਿਹਾ ਮਨ 'ਚ ਆਪਣੇ ਪਰਸਨਲ ਮਨ 'ਚ ਸ਼ੱਕ ਆਉਂਦਾ ਹੈ ਵੀ ਇਹ ਸਾਨੂੰ ਕਿਸ ਤਰੀਕੇ ਨਾਲ ਸਾਡੇ ਨਾਲ ਕੱਲ ਨੂੰ ਵਰਤਣਗੀਆਂ ਜਾਂ ਅਗਰ ਨਹੀਂ ਹੁੰਦੀਆਂ ਤੇ ਸਾਡਾ ਇੱਕ ਪੰਜਾਬ ਨੂੰ ਹੋਰ ਕਿੰਨਾ ਨੁਕਸਾਨ ਮਿਲੇਗਾ ਔਰ ਕਿਸ ਤਰ੍ਹਾਂ ਅਸੀਂ ਕਿੱਥੇ ਜਾ ਖਲੋਵਾਂਗੇ। ਇਹ ਬੜੀ ਸੋਚਣ ਵਾਲੀ ਗੱਲ ਹੈ ਜੀ। ਆਉਣ ਵਾਲਾ ਸਮਾਂ ਹਾਲਾਂਕਿ ਜਿਹੜਾ ਨਿਊ ਕਾਮਨ ਈਰਾ 2021 ਆ ਗਿਆ ਹੈ, ਸਾਡੇ ਸਭ ਦੇ ਸਾਹਮਣੇ ਹੈ, ਸ਼ੁਰੂਆਤ ਹੋ ਚੁੱਕੀ ਹੈ, ਲੇਕਿਨ ਅੱਜ ਵੀ ਸਾਡੇ ਪੰਜਾਬ ਦੇ ਉਹ ਸਾਡੇ ਵੀਰ ਜਿਹੜੇ ਹੈ ਕੀਰਤੀ ਸਿੱਖ ਨੇ, ਜਿਹੜੇ ਕਿਸਾਨ ਨੇ ਮੋਰਚਾ ਲਾ ਕੇ ਬੈਠੇ ਆ। ਲੇਕਿਨ ਮੈਂ ਇਹਦੇ ਵਿੱਚ ਇੱਕ ਬੜਾ ਹੀ ਇਸ ਗੱਲ ਦੇ ਵਿੱਚ ਜਿਹੜੀ ਇੱਕ ਖੁਸ਼ੀ ਦੀ ਵੀ ਗੱਲ ਹੈ, ਹਾਲਾਂਕਿ ਇਹ ਸਮਾਂ ਜਿਹੜਾ ਸਾਡੇ ਲਈ ਬਹੁਤ ਭਾਰੀ ਹੈ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਇਸ ਇੱਕ ਮੁੱਦੇ ਦੇ ਉੱਤੇ ਅੱਜ ਸਾਡਾ ਦੇਸ਼ ਦਾ ਕਿਸਾਨ ਭਾਵੇਂ ਉਹ ਕਿਧਰੇ ਦਾ ਵੀ ਉਹ ਅੱਜ ਇਕਜੁੱਟ ਹੋ ਗਿਆ ਔਰ ਖਾਸ ਕਰਕੇ ਸਾਡੀ ਕੌਮ ਜਿਹੜੀ ਹੈ ਉਹ ਖੜੀ ਹੈ ਸਾਰਿਆਂ ਦੇ ਨਾਲ, ਇਕਜੁੱਟ ਹੋ ਗਈ ਹੈ ਪਾਰਟੀ ਲੈਵਲ ਤੋਂ ਹਟ ਕੇ ਔਰ ਆਪਣੇ ਪਰਸਨਲ ਜਿਹੜੇ ਹੈ ਕੋਈ ਜਿਹੜੇ ਵੈਰ ਵਿਰੋਧ ਨੇ ਆਪਣੀ ਦੂਰੀਆਂ ਢਾਹ ਕੇ ਇਕੱਠੀਆਂ ਨੇ। ਔਰ ਜਿੱਥੇ ਜਿਵੇਂ ਉਹ ਦੇਸ਼ ਵਿਦੇਸ਼ ਦੇ ਲੋਕ ਜਾ ਕੇ ਸੇਵਾ ਕਰ ਰਹੇ ਨੇ ਔਰ ਉੱਥੋਂ ਦੇ ਹਿੰਦੁਸਤਾਨ ਦੇ ਘਰ ਘਰ ਦਾ ਇੱਕ ਬੱਚਾ ਉੱਠ ਕੇ ਜਿਹੜਾ ਉੱਥੇ ਆ ਕੇ ਕਿਸਾਨਾਂ ਦੇ ਨਾਲ ਸਾਥ ਦੇ ਰਿਹਾ, ਮੋਰਚਾ ਲਾ ਕੇ ਬੈਠਾ ਹੈ। ਔਰ ਮੈਂ ਜਦੋਂ ਦੇਖਦਾ ਵੀਡੀਓ ਦੇਖਦਾ, ਕਿਉਂਕਿ ਮੈਂ ਇਸ ਟਾਈਮ ਇਹ ਕਰੋਨਾ ਕਰਕੇ ਜਿਹੜਾ ਮਜਬੂਰ ਹਾਂ ਇੱਥੇ ਫਸਿਆ ਬਾਹਰ ਦੀ ਧਰਤੀ ਤੇ, ਮੇਰਾ ਆਪਣਾ ਬੜਾ ਮਨ ਕਰਦਾ ਉੱਥੇ ਜਾ ਕੇ ਸੇਵਾ ਕਰਨ ਦਾ ਔਰ ਉਹਨਾਂ ਦਾ ਸਾਥ ਉਹਨਾਂ ਦੇ ਨਾਲ ਮੋਢਾ ਲਾ ਕੇ ਜੋ ਮੇਰੇ ਕੋਲ ਸੇਵਾ ਬਣ ਸਕੇ ਮੈਂ ਕਰਨ ਦੀ ਕੋਸ਼ਿਸ਼ ਕਰਨਾ। ਆਪ ਜਿਹੜਾ ਵਿਅਕਤੀਗਤ ਰੂਪ ਤੇ ਹਾਲਾਂਕਿ ਦੂਰੋਂ ਬੈਠੇ ਜੋ ਮਹਾਰਾਜ ਸੇਵਾ ਕਰਾ ਰਹੇ ਨੇ ਅਸੀਂ ਕਰ ਰਹੇ ਹਾਂ, ਉਹ ਅਸੀਂ ਮਾਲੀ ਹੈਲਪ ਕਰ ਰਹੇ ਹਾਂ। ਲੇਕਿਨ ਇਹਦੇ ਵਿੱਚ ਇੱਕ ਹੋਰ ਮੈਂ ਤੁਹਾਨੂੰ ਏਜੰਡਾ ਦੱਸ ਦਿੰਦਾ। ਪਿਛਲੇ ਦਿਨੀ ਇੱਕ ਗੱਲ ਆਈ ਸੀਗੀ ਜੋ ਮੇਰੇ ਸਾਹਮਣੇ ਆਈ ਹੈ ਵੀ ਜਿਹੜੇ ਲੋਕ ਬਾਹਰ ਵਿਦੇਸ਼ਾਂ ਵਿੱਚ ਰਹਿੰਦੇ, ਹਿੰਦੁਸਤਾਨ ਦੀ ਸਰਕਾਰ ਉਹਨਾਂ ਦਾ ਡਾਟਾ ਬਣਾ ਰਹੀ,
ਖਾਸ ਕਰਕੇ ਸਿੱਖਾਂ ਦਾ ਡਾਟਾ ਬਣਾ ਰਹੀ ਹੈ। ਉਹਨਾਂ ਨੂੰ ਇਸ ਚੀਜ਼ ਦਾ, ਜੋ ਮੈਨੂੰ ਉਸ ਦਿਨ ਜਦੋਂ ਇਹ ਗੱਲ ਮੈਂ ਸੁਣੀ ਔਰ ਪੜ੍ਹੀ, ਮੈਨੂੰ ਮਨ ਵਿੱਚ ਆ ਗਿਆ ਕਿ ਵੀ ਇਹਦਾ ਮਤਲਬ ਇਹ ਵੇ ਕਿ ਇਹ ਤਿਆਰੀ ਕਰ ਰਿਹਾ ਵੀ ਜਿਹੜੇ ਸਿੱਖ ਬਾਹਰ ਰਹਿੰਦਾ ਉਹਨਾਂ ਦੇ ਅਕਾਊਂਟ ਚੈੱਕ ਕੀਤੇ ਜਾਣ, ਉਹਨਾਂ ਵੱਲੋਂ ਕਿਸੇ ਵੀ ਢੰਗ ਨਾਲ ਕੋਈ ਵੀ ਮਾਲੀ ਹਾਲਾਤ ਜਿਹੜੀ ਹੈ ਬਾਹਰਲੀ ਧਰਤੀ ਤੋਂ ਉਸ ਧਰਤੀ ਤੇ ਨਾ ਆਵੇ। ਕਿਉਂਕਿ ਤੁਸੀਂ ਆਜ਼ਾਦੀ ਦੀ ਵੀ ਜਦੋਂ ਦੇਖ ਲਓ, ਕਰਤਾਰ ਸਿੰਘ ਸਾਹਿਬ ਦੀ ਯਾਦ ਕਰਾ ਰਿਹਾ ਤੁਹਾਨੂੰ, ਜਦੋਂ ਉਹਦਾ ਮੈਂ ਵੇਖਦਾ ਤੇ ਇੱਕ ਉਹ ਗਾਣਾ ਵੀ ਗਾਉਂਦਾ ਹੈ, ਚਲੋ ਦੇਸ਼ ਆਵਾਜ਼ ਮਾਰਦਾ ਹੈ, ਤੇ ਉਸ ਧਰਤੀ ਤੋਂ ਜੀ ਆਉਂਦਾ ਤੇ ਉਹ NRI ਦੇ ਬਾਹਰ ਦੇ ਲੋਕ ਵਸਦੇ ਸਿੱਖ ਨੇ, ਉਹ ਕਿਸ ਤਰੀਕੇ ਨਾਲ ਮਾਲੀ ਹੈਲਪ ਕਰਦੇ ਆ, ਭਾਵੇਂ ਆਪਣੇ ਸਰੀਰਕ ਤੌਰ ਤੇ ਨਹੀਂ ਜਾਂਦੇ, ਲੇਕਿਨ ਇੱਕ ਮਾਲੀ ਹੈਲਪ ਜਿਹੜੀ ਬੜੀ ਵੱਡੀ ਹੁੰਦੀ, ਉਹਦੀ ਬਹੁਤ ਜ਼ਰੂਰਤ ਹੁੰਦੀ ਹੈ। ਜੀ ਤੇ ਮੈਨੂੰ ਇਹ ਡਰ ਲੱਗਦਾ ਹੈ ਵੀ ਕਿਧਰੇ ਨਾ ਕਿਧਰੇ ਵੀ ਇਹ ਡਾਟਾ ਬਣਨ ਦੇ ਬਾਅਦ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸਾਡੇ ਲੋਕਾਂ ਤੇ, ਜਿਵੇਂ ਇੱਕ ਕਿਸੇ ਵੀ ਮੁਹਿੰਮ ਨੂੰ ਤੋੜਨ ਵਾਸਤੇ ਉਹਨਾਂ ਦਾ ਮਾਲੀ ਪਹਿਲੇ ਮਦਦ ਰੋਕ ਲਈ ਦਿੱਤੀ ਜਾਂਦੀ ਹੈ, ਫਿਰ ਉਹਨਾਂ 'ਚ ਆਪਸੀ ਫੁੱਟ ਪਵਾਈ ਜਾਂਦੀ ਹੈ। ਹੁਣ ਉਹ ਫੁੱਟ ਪਾਉਣ ਦੀਆਂ ਕਈ ਜੀ ਚਰਚਾਵਾਂ ਤੇ ਉੱਤੇ ਗੱਲਾਂ ਆ ਰਹੀਆਂ ਨੇ ਸਾਹਮਣੇ, ਤੇ ਦੂਜੇ ਪਾਸੇ ਜਿਹੜੀ ਮਾਲੀ ਹੈਲਪ ਜਿਹੜੀ ਕਈ ਵਿਦੇਸ਼ਾਂ ਤੋਂ ਜਾ ਰਹੀ ਹੈ, ਉਹਨੂੰ ਰੋਕਣ ਵਾਸਤੇ ਵੀ ਸਰਕਾਰ ਇਹ ਕਰੇਗੀ ਵੀ ਇਸ ਮੁਹਿੰਮ ਨੂੰ ਕੁਚਲਣ ਵਾਸਤੇ, ਜੋ ਉਹ ਹੱਲੇ ਵੀ ਜਿਹੜਾ ਹੈ ਉਹ ਸਿਰਫ ਚੰਦ ਲੋਕਾਂ ਨੂੰ, ਚੰਦ ਸਰਮਾਏਦਾਰਾਂ ਨੂੰ, ਔਰ ਮੈਂ ਇਹਦੇ ਪਿੱਛੇ ਇੱਕ ਏਜੰਡਾ ਸਮਝਦਾ ਸਰਮਾਏਦਾਰਾਂ ਦੇ ਸਿਰ ਤੇ ਆਪਣੇ ਹੀ ਜਿਹੜੀ ਹੈ ਕਹਿੰਦੇ ਨਾ ਵੀ ਪੋਲੀਟੀਕਲ ਪਾਰਟੀ ਨੂੰ ਜਾਂ ਕਿਸੇ ਵੀ ਪਾਰਟੀ ਨੂੰ, ਭਾਵੇਂ ਉਹ ਇੱਕ ਖਿੱਤੇ ਦੀ ਹੋਵੇ, ਭਾਵੇਂ ਇੱਕ ਪੰਚਾਇਤ ਦੀ ਹੋਵੇ, ਉਹ ਜਦੋਂ ਲੜਨ ਦੀ ਗੱਲ ਕਰਦੀ ਹੈ ਤੇ ਉਹਨੂੰ ਮਾਇਆ ਚਾਹੀਦੀ ਹੁੰਦੀ ਹੈ, ਤੇ ਉਹ ਮਾਇਆ ਦਾ ਅੰਬਾਰ ਇਕੱਠਾ ਕਰਨ ਲਈ ਜਿਹੜਾ ਇਹ ਕੁਝ ਲੋਕਾਂ ਨੂੰ, ਵੱਡੇ ਸਰਮਾਏਦਾਰਾਂ ਨੂੰ ਕੋਈ ਨਾ ਕੁਝ ਫਾਇਦਾ ਦਿੰਦੀਆਂ ਨੇ, ਵੀ ਤਾਂ ਜੋ ਇਲੈਕਸ਼ਨ ਦੇ ਆਉਣ ਦੇ ਸਮੇਂ ਦੇ ਵਿੱਚ ਉਹਨਾਂ ਦੀ ਮਦਦ ਕਰਨ ਔਰ ਉਹਨਾਂ ਨਾਲ ਖਲੋਣ। ਸੋ ਇਸੀ ਤਰਜ਼ ਦੇ ਉੱਤੇ ਮੈਂ ਸਮਝਦਾ ਵਾਂ ਕਿ ਵੀ ਇਹ ਅੱਜ ਦੇ ਕੁਝ ਸਰਮਾਏਦਾਰਾਂ ਨੂੰ ਜਿਹੜਾ ਮੁਨਾਫਾ ਦੇਣ ਦੀ ਗੱਲ ਚੱਲ ਰਹੀ ਹੈ, ਔਰ ਇਹਦੇ ਵਿੱਚ ਜਿਹੜਾ ਆਪਾਂ ਸਮਝਦੇ ਹਾਂ ਵੀ ਇੱਕ ਨਜਾਇਜ਼ ਢੰਗ ਨਾਲ ਜਿਹੜਾ ਹਾਲੇ ਕਿਸਾਨਾਂ ਦੀ ਗੱਲ ਜੀ ਦੀ ਗੱਲ ਕਰਾਂ, ਵੀ ਇੱਕ ਕਹਿ ਲਈਏ ਵੀ ਇੱਕ ਜਮਾਖੋਰੀ ਹੋਏਗੀ, ਔਰ ਇਹ ਜਿਹੜਾ ਹੈ ਉਹਨਾਂ ਦੀ ਮੁਨਾਫਾਖੋਰੀ ਉਹਨਾਂ ਨੂੰ ਜਾਏਗੀ, ਔਰ ਆਮ ਜਿਹੜਾ ਕੀਰਤੀ ਸਿੱਖ ਹੈ, ਜਿਹੜਾ ਇੱਕ ਕਿਸਾਨ ਹੈ, ਜਿਹੜਾ ਉਹ ਆਪਣੇ ਖੂਨ ਪਸੀਨੇ ਦੇ ਨਾਲ ਜਿਹੜਾ ਇੱਕ ਫਸਲ ਉਗਾਉਂਦਾ ਔਰ ਅੱਗੇ ਤੱਕ ਆਮ ਸਿੱਖ ਤੱਕ, ਆਮ ਵਿਅਕਤੀ ਤੱਕ ਭੇਜਦਾ, ਉਹਦਾ ਜਿਹੜਾ ਮੁਨਾਫਾ ਉਹ ਇਕੱਲਾ ਜਿਹੜਾ ਜਮਾਖੋਰ ਤੇ ਇਹ ਜਿਹੜੇ ਸਰਮਾਏਦਾਰ ਨੇ ਇਹਨਾਂ ਨੂੰ ਪਹੁੰਚ ਜਾਏਗਾ, ਔਰ ਇਹਦੇ ਬਾਅਦ ਜਿਹੜਾ ਇਹਨਾਂ ਹੀ ਸਿਆਸੀ ਪਾਰਟੀਆਂ ਨੂੰ ਪਹੁੰਚੇਗਾ, ਜਿਹੜਾ ਕਿ ਕਈ ਲੋਕਾਂ ਕਿਸੇ ਢੰਗ ਨਾਲ ਪਰਚਾਉਂਦੇ ਨੇ ਤੇ ਗਲਤ ਢੰਗ ਨਾਲ ਜਿਹੜਾ ਫਿਰ ਸਿਆਸਤ ਦੇ ਵਿੱਚ ਕਬਜ਼ਾ ਕਰਨ ਦੀ ਜਿਹੜੀ ਸੋਚ ਰੱਖਦੇ ਆ, ਔਰ ਉਹਦੇ ਬਾਅਦ ਜਿਹੜਾ ਹੈ ਸਾਡੀ ਰਾਈਟ ਆਫ ਸਪੀਚ, ਰਾਈਟ ਆਫ ਰਿਲੀਜਨ ਔਰ ਬੜੇ ਰਾਈਟ ਨੇ ਜਿਹੜੇ ਕੁਚਲੇ ਜਾਂਦੇ ਨੇ। ਫਿਰ ਉਸ ਤਰ੍ਹਾਂ ਹੀ ਆ ਜਾਂਦਾ ਹੈ ਵੀ ਜਿਵੇਂ ਇੱਕ ਪੁਰਾਣੇ ਜ਼ਮਾਨੇ ਦੇ ਵਿੱਚ ਰਾਜੇ ਕਹਿ ਲਈਏ ਜਾਂ ਮਹਾਰਾਜੇ ਕਹਿ ਲਈਏ, ਜਿਨ੍ਹਾਂ ਦੀ ਰਿਆਸਤਾਂ ਹੁੰਦੀਆਂ ਸਨ, ਉਹ ਆਪਣੀਆਂ ਪ੍ਰਜਾ ਨੂੰ ਜਿਸ ਢੰਗ ਨਾਲ ਵਰਤਦੀਆਂ ਸਨ, ਸੇਮ ਇਸ ਤਰ੍ਹਾਂ ਹੀ ਉਹ ਡੈਮੋਕ੍ਰੇਸੀ ਜਿਹੜੀ ਹੈ ਉਹ ਧੀਰੇ ਧੀਰੇ ਖਤਮ ਹੋਣ ਵਾਲੇ ਪਾਸੇ ਚਲੀ ਜਾਏਗੀ। ਮੈਂ ਸਮਝਦਾ ਅੱਜ ਦੇ ਹੁਕਮਰਾਨਾਂ ਨੂੰ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਸੇਧ ਲੈਣੀ ਚਾਹੀਦੀ ਹੈ, ਔਰ ਇਹ ਜਿਹੜੀਆਂ ਆਪਣੀਆਂ ਸੋਚ ਨੇ, ਜਿਹੜੀਆਂ ਮਾੜੀਆਂ ਸੋਚਾਂ ਨੇ, ਤੋਂ ਹਟ ਜਾਣਾ ਚਾਹੀਦਾ, ਕੌਮ ਦੀ ਸੇਵਾ ਕਰਨੀ ਚਾਹੀਦੀ ਹੈ। ਸਵਾਸ ਕਿੰਨੇ ਲਿਖੇ ਨੇ ਇਹ ਕਿਸੇ ਨੂੰ ਕਿਸੇ ਦਾ ਨਹੀਂ ਪਤਾ। ਕਰ ਰਹੇ ਸਨ ਤੇ ਸੱਚੀਆਂ ਗੱਲਾਂ ਨੇ। ਇਸ ਮੰਚ ਤੇ ਮੇਰੇ ਵੱਲੋਂ ਬੜੀ ਕੋਸ਼ਿਸ਼ ਰਹਿੰਦੀ ਹੈ ਵੀ ਨਿਰਪੱਖ ਤੌਰ ਤੇ ਜਿਹੜੀਆਂ ਗੱਲਾਂ ਨੇ ਤੇ ਜੋ ਸੱਚ ਦੀ ਗੱਲ ਹੈ ਉਹ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਤੇ ਤੁਸੀਂ ਜਿਹੜਾ ਖਦਸ਼ਾ ਪ੍ਰਗਟ ਕੀਤਾ ਕਿ NRIs ਜਿਹੜੇ ਹੈਲਪ ਕਰ ਰਹੇ ਨੇ, ਹਮੇਸ਼ਾ ਭਾਵੇਂ ਕੋਈ ਵੀ ਆਫਤ ਭਾਰਤ ਦੇ ਵਿੱਚ ਆਈ ਹੈ ਤਾਂ ਵੀ NRIs ਨੇ ਹਰ ਤਰ੍ਹਾਂ ਨਾਲ ਆ ਕੇ ਅੱਗੇ ਮਦਦ ਦਾ ਹੱਥ ਵਧਾਇਆ ਹੈ। ਪਰ ਅੱਜ ਜੇ NRIs ਕਿਸਾਨਾਂ ਦੇ ਨਾਲ, ਮਜ਼ਦੂਰਾਂ ਦੇ ਨਾਲ ਖੜੇ ਹਨ ਤੇ ਅੱਗੇ ਆਉਣ ਵਾਲਾ ਸਮਾਂ ਜੋ ਭਾਰਤੀ ਰਾਜਨੀਤੀ ਦਾ ਹੈ ਜਾਂ ਭਾਰਤ ਦੇ ਵਿੱਚ ਹੈ, ਖਾਨਾ ਜੰਗੀ ਦੇ ਆਸਾਰ ਵੀ ਬਣ ਰਹੇ ਹਨ, ਭੁੱਖਮਰੀ ਦੇ ਆਸਾਰ ਵੀ ਬਣ ਰਹੇ ਹਨ। ਕਿਉਂਕਿ ਜੇ ਅੰਨਦਾਤਾ ਅੰਨ ਹੀ ਨਾ ਪੈਦਾ ਕਰ ਸਕਿਆ, ਉਹਨੂੰ ਪ੍ਰੋਪਰ ਉਹਦਾ ਮੁੱਲ ਹੀ ਨਾ ਮਿਲ ਸਕਿਆ, ਤੇ ਅੰਨ ਦੇ ਭੰਡਾਰ ਕਿੰਨੇ ਕੁ ਚਿਰ ਤੱਕ ਜਿਉਂਦੇ ਰਹਿਣਗੇ, ਕਿੰਨੇ ਚਿਰ ਤੱਕ ਸਰਕਾਰਾਂ ਜਿਹੜੀਆਂ ਹਨ ਇਹਨਾਂ ਨੂੰ ਸੰਭਾਲ ਸਕੇਗੀ। ਕਿਉਂਕਿ ਆਟੋਮੈਟਿਕਲੀ ਮਹਿੰਗਾਈ ਇਤਨੀ ਵੱਧ ਜਾਣੀ ਹੈ ਕਿ ਆਮ ਬੰਦਾ ਜਿਹੜਾ ਹੈ ਉਹ ਰੋਟੀ ਤੋਂ ਵੀ ਮੁਹਤਾਜ ਹੋ ਜਾਏਗਾ। ਸਰਦਾਰ ਕੁਲਮੋਹਨ ਸਿੰਘ ਜੀ, ਤੁਸੀਂ ਸਰਦਾਰ ਭੁਪਿੰਦਰ ਸਿੰਘ ਜੀ ਦੀਆਂ ਸਾਰੀਆਂ ਗੱਲਾਂ ਸੁਣੀਆਂ ਨੇ, ਤੁਹਾਡਾ ਇਸ ਬਾਰੇ ਕੀ ਨਜ਼ਰੀਆ ਹੈ? ਸਰ, ਭੁਪਿੰਦਰ ਸਿੰਘ ਹੋਰਾਂ ਨੇ ਕਾਫੀ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਕਾਫੀ ਸਾਰੇ ਡਾਊਟਸ ਵੀ ਆਪਣੇ ਮਨ ਵਿੱਚ ਜਿਹੜੇ ਨੇ ਉਹ ਜ਼ਾਹਿਰ ਕੀਤੇ ਨੇ। ਮੈਂ ਸਮਝਦਾ ਕਿ ਭਾਰਤੀ ਲੋਕਤੰਤਰ ਜਿਹੜਾ ਹੈ ਇਸ ਨੂੰ ਇਸ ਗੱਲ ਦੇ ਉੱਤੇ ਸੁਚੇਤ ਹੋਣ ਦੀ ਲੋੜ ਹੈ ਕਿ ਬਈ ਅਸੀਂ ਮਨੁੱਖੀ ਹੱਕਾਂ ਦੀ ਜਿਹੜੀ ਅੱਜ ਦੁਨੀਆ ਭਰ 'ਚ ਗੱਲ ਹੁੰਦੀ ਹੈ, ਕੋਈ ਅੱਜ ਭਾਰਤ ਉਹ ਭਾਰਤ ਨਹੀਂ ਹੈ, ਅੱਜ ਦੁਨੀਆ ਦਾ ਇੱਕ ਬੜਾ ਵੱਡਾ ਹਿੱਸਾ ਹੈ, ਇੱਕ ਦੇਸ਼, ਦੁਨੀਆ ਦੀ ਬੜੀ ਵੱਡੀ ਇਕੋਨਮੀ ਹੈ, ਔਰ ਇਸ ਇਕੋਨਮੀ ਦੇ ਅੰਦਰ ਇੱਕ ਬੜੀ ਵੱਡੀ ਮਾਰਕੀਟ ਹੈ,
ਉਸ ਮਾਰਕੀਟ ਦੇ ਅੰਦਰ ਤਾਂ ਹੀ ਕੋਈ ਆ ਕੇ ਇਨਵੈਸਟ ਕਰੇਗਾ ਜਦੋਂ ਕਿ ਉੱਥੇ ਕੋਈ ਸੁਖਾਵਾਂ ਮਾਹੌਲ ਹੋਏਗਾ। ਤੇ ਅੱਜ ਜਦੋਂ ਅਸੀਂ ਆਪਣੀ ਪ੍ਰਾਈਵੇਟਾਈਜੇਸ਼ਨ ਵੱਲ ਜਾ ਰਹੇ ਹਾਂ ਤਾਂ ਮੈਂ ਤੁਹਾਨੂੰ ਆਰਥਿਕਤਾ ਦੀ ਗੱਲ ਕਰ ਰਿਹਾ ਕਿ ਹਰ ਮੁਲਕ ਕਿਤੇ ਵੀ ਇਨਵੈਸਟ ਕਰਨ ਤੋਂ ਪਹਿਲਾਂ ਇਹ ਸੋਚਦਾ ਹੈ ਕਿ ਉੱਥੋਂ ਦੇ ਸੁਖਾਵੇਂ ਹਾਲਾਤ ਹੈ ਨੇ ਕਿ ਨਹੀਂ ਨੇ। ਇਸ ਕਰਕੇ ਸਰਕਾਰ ਨੂੰ ਵੀ ਇਸ ਗੱਲ ਦੇ ਉੱਤੇ ਧਿਆਨ ਦੇਣ ਦੀ ਲੋੜ ਪਏਗੀ। ਮੈਂ ਇਸ ਗੱਲ ਨੂੰ ਸਮਝਦਾ ਕਿ ਸਰਕਾਰ ਇਹਨੂੰ ਬੜੀ ਸੰਜੀਦਗੀ ਨਾਲ ਸੋਚੇਗੀ। ਜਿਹੜੀ ਗੱਲ ਭੁਪਿੰਦਰ ਸਿੰਘ ਹੋਰਾਂ ਗੱਲ ਕੀਤੀ ਹੈ ਸਾਧੂ ਜੀ ਨੇ, ਮੈਂ ਹੋਰ ਇੱਥੇ ਗੱਲ ਕਰ ਰਿਹਾ, ਹੁਣੇ ਇਹਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਹੈ। ਮੈਂ ਦਰਸ਼ਕਾਂ ਨਾਲ ਵੀ ਗੱਲ ਸਾਂਝੀ ਕਰਨਾ ਚਾਹਾਂਗਾ ਔਰ ਤੁਹਾਡੇ ਨਾਲ ਵੀ ਗੱਲ ਕਰ ਰਿਹਾ ਕਿ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਸ ਨੂੰ ਮੈਂ ਬੜੇ ਚੰਗੀ ਤਰ੍ਹਾਂ ਪੜ੍ਹਿਆ, ਉਹਦਾ ਅਧਿਐਨ ਕੀਤਾ। ਸੱਚ ਜਾਣਿਓ, ਉਸ ਦੇ ਅੰਦਰ ਅਨੰਦਪੁਰ ਸਾਹਿਬ ਦੇ ਮਤੇ ਦੇ ਅੰਦਰ ਸਾਰੀ ਦੀ ਸਾਰੀ ਪੂਰੇ ਭਾਰਤ ਦੇ ਅੰਦਰ ਜਿਹੜੀਆਂ ਸਟੇਟਾਂ ਨੇ ਉਹਨਾਂ ਸਟੇਟਾਂ ਨੂੰ ਬਹੁਤੇ ਅਧਿਕਾਰ ਦੇਣ ਦੀ ਗੱਲ ਕੀਤੀ ਗਈ ਹੈ। ਉਸ ਦੇ ਅੰਦਰ ਕਿਸੇ ਜਗ੍ਹਾ ਦੇ ਤੇ ਸਿੱਖ ਰਾਜ ਦੀ ਜਾਂ ਸਿੱਖ ਸੰਕਲਪ ਦੀ ਗੱਲ ਨਹੀਂ ਕੀਤੀ ਗਈ। ਉਸ ਦੇ ਅੰਦਰ ਅਨੰਦਪੁਰ ਸਾਹਿਬ ਦੇ ਮਤੇ ਦੇ ਅੰਦਰ ਔਰ ਸਰਕਾਰ ਨੇ ਫਿਰ ਉਸੇ ਸਰਕਾਰੀਆ ਕਮਿਸ਼ਨ, ਜਸਟਿਸ ਸਰਕਾਰੀਆ ਕਮਿਸ਼ਨ ਬਣਾਇਆ ਸੀ। ਔਰ ਸਰਕਾਰ ਜੇ ਉਹ ਦੇਸ਼ ਨੂੰ ਤੋੜਨ ਵਾਲਾ ਹੁੰਦਾ ਤਾਂ ਜਸਟਿਸ ਸਰਕਾਰੀਆ ਦਾ ਕਮਿਸ਼ਨ ਬਣਾਉਣ ਦੀ ਲੋੜ ਕੀ ਪੈ ਗਈ ਸੀ ਸਰਕਾਰ ਨੂੰ। ਸਰਕਾਰ ਨੇ ਇਸ ਗੱਲ ਨੂੰ ਸਮਝਿਆ ਸੀ, ਲੇਕਿਨ ਉਸ ਵੇਲੇ ਵੋਟਾਂ ਦੀ ਰਾਜਨੀਤੀ ਸੀ ਔਰ ਉਸ ਨੂੰ ਅਨੰਦਪੁਰ ਸਾਹਿਬ ਦੇ ਮਤੇ ਨੂੰ, ਕਿਉਂਕਿ ਇਹ ਅਨੰਦਪੁਰ ਸਾਹਿਬ ਦਾ ਮਤਾ ਅਗਰ ਕਿਤੇ ਕਲਕੱਤੇ ਤੋਂ ਜਾਂ ਇਹ ਮਤਾ ਜਿਹੜਾ ਹੈਗਾ ਕਿਤੇ ਆਂਧਰਾ ਪ੍ਰਦੇਸ਼ ਤੋਂ, ਇਹ ਮਤਾ ਕਿਤੇ ਦੇਸ਼ ਦੇ ਕਿਤੇ ਹੋਰ ਸਟੇਟ ਨੇ ਪਾਸ ਕੀਤਾ ਹੁੰਦਾ ਤੇ ਸ਼ਾਇਦ ਇਹਦੇ ਅੰਦਰ ਮੁਤਸਬ ਦੀ ਜਾਂ ਕਮਿਊਨਲ ਦੀ ਗੱਲ ਹੋਣ ਦੀ ਜਿਹੜੀ ਹੈ ਫਾਇਦਾ ਨਹੀਂ ਮਿਲ ਪਾਣਾ ਸੀ। ਇਸ ਕਰਕੇ ਮੈਂ ਕਹਿਣਾ ਚਾਹਾਂਗਾ ਕਿ ਅਨੰਦਪੁਰ ਸਾਹਿਬ ਦੇ ਮਤੇ ਨੂੰ ਗਹਿਰਾਈ ਨਾਲ ਸਮਝਿਆ ਨਹੀਂ ਗਿਆ, ਲੇਕਿਨ ਰਾਜਨੀਤਿਕ ਵੋਟਾਂ ਵਾਸਤੇ ਇਹਨੂੰ ਸਿੱਖਾਂ ਦਾ ਵਿਸ਼ੇ ਬਣਾ ਕੇ ਪੰਜਾਬ ਨੂੰ ਦੇਸ਼ ਨਾਲੋਂ ਤੋੜਨ ਦੀ ਗੱਲ ਕੀਤੀ ਗਈ, ਮੁਲਕ ਨੂੰ ਤੋੜਨ ਦੀ ਗੱਲ ਕੀਤੀ ਗਈ। ਔਰ ਜਿਹਦਾ ਅਸਰ ਇਹ ਹੋਇਆ ਕਿ ਰਾਜੀਵ ਗਾਂਧੀ ਨੂੰ 2/3 ਬਹੁਮਤ ਮਿਲਿਆ। ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਨ, ਉਹਨਾਂ ਨੂੰ ਐਡਾ ਵੱਡਾ ਜਿਹੜਾ ਮੈਂਡੇਟ ਨਹੀਂ ਮਿਲਿਆ ਸੀ ਜਿੰਨਾ ਰਾਜੀਵ ਗਾਂਧੀ ਨੂੰ ਮਿਲਿਆ ਸੀ। ਕੇਵਲ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਮੁਤਸਬ ਦੀ ਨਜ਼ਰ ਨਾਲ ਲੋਕਾਂ ਸਾਹਮਣੇ ਪੇਸ਼ ਕੀਤਾ, ਦੇਸ਼ ਨੂੰ ਤੋੜਨ ਵਾਲਾ। ਔਰ ਜੇ ਦੇਸ਼ ਨੂੰ ਤੋੜਨ ਵਾਲਾ ਸੀ ਤੇ ਜਸਟਿਸ ਸਰਕਾਰੀਆ ਦਾ ਕਮਿਸ਼ਨ ਬਣਾਉਣ ਦੀ ਲੋੜ ਕੀ ਪਈ ਸੀ। ਜਸਟਿਸ ਸਰਕਾਰੀਆ ਦੇ ਕਮਿਸ਼ਨ ਦੀ ਰਿਪੋਰਟ ਨੂੰ ਅਗਰ ਅੱਜ ਵੀ ਕੋਈ ਖੋਲ ਕੇ ਉਹਦੀਆਂ ਆਈਟਮਾਂ ਨੂੰ ਪੜ੍ਹੇ, ਇੰਟਰਨੈਟ ਤੇ ਅਵੇਲੇਬਲ ਹੈਗੀਆਂ ਨੇ, ਤੇ ਤੁਸੀਂ ਸਮਝ ਸਕੋਗੇ ਕਿ ਉਹਨੇ ਦੇ ਅੰਦਰ ਸਟੇਟ, ਹੁਣ ਜਿਹੜਾ ਕਿਸਾਨੀ ਬਿੱਲ ਦੀ ਆਪਾਂ ਗੱਲ ਕਰਦੇ ਹਾਂ, ਇਹ ਸਟੇਟ ਮੈਟਰ ਸੀ। ਜਦੋਂ ਸਟੇਟ ਦੇ ਅਧਿਕਾਰ ਹੀ ਹੌਲੀ ਹੌਲੀ ਖਤਮ ਹੋ ਗਏ ਤਾਂ ਹੌਲੀ ਹੌਲੀ ਦੇਸ਼ ਦੇ ਅੰਦਰ ਉਹ ਜਿਹੜੀ ਅਨੇਕਤਾ ਵਿੱਚ ਏਕਤਾ ਦੀ ਗੱਲ ਸੀ ਉਹ ਕਿਤੇ ਖਿਲਰਨੀ ਸ਼ੁਰੂ ਹੋ ਗਈ। ਏਕਤਾ ਦੇ ਵਿੱਚ ਅਨੇਕਤਾ ਦੀ ਗੱਲ ਖਿਲਰ ਗਈ ਔਰ ਉਹ ਖਿਲਰੀ ਹੋਈ ਗੱਲ ਦੇ ਵਿੱਚੋਂ ਅੱਜ ਇਹ ਐਡੀਜੇਸ਼ਨ ਪੈਦਾ ਹੋਇਆ। ਔਰ ਇਸ ਐਡੀਜੇਸ਼ਨ ਦੇ ਨਾਲ ਲੋਕੀ ਇਹ ਸੋਚਦੇ ਪਏ ਨੇ ਕਿ ਸ਼ਾਇਦ ਇਹਦੇ ਤੇ ਆਮ ਲੋਕਾਂ ਦਾ ਅਸਰ ਨਹੀਂ ਹੋਏਗਾ, ਤੇ ਆਮ ਲੋਕਾਂ ਦਾ ਅਸਰ ਨੰਬਰ 2 ਤੇ ਪਏਗਾ। ਜਦੋਂ ਇਹ ਚੀਜ਼ਾਂ ਜਦੋਂ ਮਾਰਕੀਟ ਚ ਆਉਣਗੀਆਂ ਉਦੋਂ ਪਤਾ ਲੱਗੇਗਾ ਕਿ ਕਿਹਨੂੰ ਕਹਿੰਦੇ ਅਰਥ ਵਿਵਸਥਾ ਦੇ ਵਿਚਕਾਰ ਕਿਵੇਂ। ਅੱਜ ਬਿਹਾਰ ਮਾਡਲ ਦੇਖ ਲਓ, ਅਗਰ ਬਿਹਾਰ ਮਾਡਲ ਕਾਮਯਾਬ ਹੋਇਆ ਤੇ ਲਾਗੂ ਕਰ ਲਓ। ਬਿਹਾਰ 'ਚ ਮਾਡਲ ਕਾਮਯਾਬ ਨਹੀਂ ਹੋ ਸਕਿਆ। ਤੋ ਇਸ ਕਰਕੇ ਬੜੀਆਂ ਚੀਜ਼ਾਂ ਸੋਚਣ ਵਾਲੀਆਂ ਨੇ। ਇਹਨਾਂ ਹਾਲਾਤਾਂ ਵਿੱਚ ਮੈਂ ਸਮਝਦਾ ਕਿ ਸਰਕਾਰ ਵੀ ਕਿਸਾਨਾਂ ਦੀ ਮੰਗਾਂ ਨੂੰ ਜਿਹੜਾ ਹੈ, ਕਿਉਂਕਿ ਪੰਜਾਬ ਜਿਹੜਾ ਹੈ ਕੇਵਲ ਦੇਸ਼ ਦਾ ਇੱਕ ਹਿੱਸਾ ਹੈ, ਕਿਸਾਨ ਪੂਰੇ ਦੇਸ਼ ਦੀ ਜਾਨ ਹੈ ਔਰ ਪੂਰੇ ਮੁਲਕ ਦੇ ਅੰਦਰ ਇਸ ਵੇਲੇ ਕਿਸਾਨੀ ਜਿਹੜੀ ਹੈ ਉਹ, ਚਾਹੇ ਉਹ ਰਾਜਨੀਤਿਕ ਤੌਰ ਤੇ ਉੱਥੋਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਸ ਚੀਜ਼ ਨੂੰ ਅੱਜ ਦੱਬ ਕੇ ਬੈਠੀਆਂ ਨੇ, ਲੇਕਿਨ ਆਵਾਜ਼ਾਂ ਜਿਹੜੀਆਂ ਹਰ ਜਗ੍ਹਾ ਤੋਂ ਉੱਠ ਰਹੀਆਂ ਨੇ ਔਰ ਇਹ ਆਵਾਜ਼ਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ। ਜਿਹੜੀ ਸਰਕਾਰ ਕੰਨ ਖੋਲ ਕੇ ਲੋਕਾਂ ਦੀ ਆਵਾਜ਼ ਨੂੰ ਸੁਣਦੀ ਹੈ ਉਹ ਲੋਕਾਂ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ, ਔਰ ਜਿਹੜੀ ਸਰਕਾਰ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਨਹੀਂ ਸੁਣਦੀ ਉਸ ਸਰਕਾਰ ਦੇ ਅੰਦਰ ਕੀ ਵਾਪਰਦਾ ਹੈ ਔਰ ਉਹਦਾ ਭਵਿੱਖ ਕੀ ਹੁੰਦਾ ਹੈ ਤੁਹਾਡੇ ਸਾਹਮਣੇ ਹੋਏਗਾ। ਬਿਲਕੁਲ ਜੀ, ਬਿਲਕੁਲ। ਸਰਦਾਰ ਕੁਲਮੋਹਨ ਸਿੰਘ ਜੀ ਤੇ ਸਾਧੂ ਭੁਪਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਸਮਾਂ ਕੱਢਿਆ। ਅੱਜ ਅਸੀਂ ਇਹਨੇ ਥੋੜੇ ਦੇ ਸਮੇਂ ਦੇ ਵਿੱਚ ਬੜੀਆਂ ਗੱਲਾਂ ਕੀਤੀਆਂ ਹਨ ਤੇ ਜਿਵੇਂ ਸਰਦਾਰ ਕੁਲਮੋਹਨ ਸਿੰਘ ਜੀ ਨੇ ਕਿਹਾ ਵੀ ਕਿਸਾਨ ਭਾਰਤ ਦੇਸ਼ ਦੀ ਜਾਨ ਹਨ ਤੇ ਇਸ ਜਾਨ ਨੂੰ ਬਚਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪ ਜੀ ਨੂੰ ਫਿਰ ਸੱਦਾ ਜ਼ਰੂਰ ਦੇਵਾਂਗੇ। ਹਮੇਸ਼ਾ
ਤੁਸੀਂ ਸਾਨੂੰ ਸਹਿਯੋਗ ਦਿੰਦੇ ਵੀ ਰਹਿੰਦੇ ਹੋ ਤੇ ਮੈਂ ਚਾਹਾਂਗਾ ਸਾਡੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਤੁਸੀਂ ਜ਼ਰੂਰ ਸ਼ਮੂਲੀਅਤ ਕਰਕੇ ਆਪਣੇ ਅਨਮੋਲ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹੋ। ਮੈਂ ਇੱਥੇ ਹੀ ਹੁਣ ਇਜਾਜ਼ਤ ਲਵਾਂਗਾ ਕਿਉਂਕਿ ਪ੍ਰੋਗਰਾਮ ਨਾਲ ਦੀ ਨਾਲ ਔਨ 에ਅਰ ਵੀ ਹੋਣਾ ਹੈ ਤੇ ਸਮਾਂ ਬਹੁਤ ਘੱਟ ਹੈ ਤੇ ਇਜਾਜ਼ਤ ਦਿਓ। ਤੇ ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਤੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਸਤਿ ਸ੍ਰੀ ਅਕਾਲ।